ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਤੁਸੀਂ ਉਡੀਕਦੇ ਹੋ, ਨਿਤ ਨਵਾਂ ਐਪੀਸੋਡ ਦੀਦਾਰ ਕਰਦੇ ਹੋ। ਤੁਹਾਡੀਆਂ ਅਸੀਸਾਂ ਮੈਨੂੰ ਮਿਲ ਰਹੀਆਂ ਨੇ। ਆਓ ਦੀਦਾਰ ਕਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 198 ਤੇ ਅੰਕਿਤ। ਸ਼ੁਰੂ ਹੋ ਰਿਹਾ ਗੌੜੀ ਰਾਗ ਦਾ 160ਵਾਂ ਸ਼ਬਦ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 91ਵਾਂ ਸ਼ਬਦ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦੋ ਤਰ੍ਹਾਂ ਦਾ ਜੀਵਨ ਸਾਡੇ ਸਾਹਮਣੇ ਰੱਖ ਰਹੇ ਨੇ। ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ। ਇੱਕ ਹਰੀ ਦਾ ਦਾਸ, ਰੱਬ ਦਾ ਸੇਵਕ, ਜਿਹੜਾ ਰੱਬ ਦੇ ਲਈ, ਗੁਰੂ ਦੇ ਲਈ ਆਪਾ ਵਾਰ ਕੇ ਤੁਰਨ ਵਾਲਾ। ਇੱਕ ਸਾਕਤ, ਗੁਰੂ ਦੇ ਉਪਦੇਸ਼ ਦੇ ਉਲਟ ਫੈਸਲੇ ਲੈਣ ਵਾਲਾ। ਨਹੀਂ ਸੰਗ, ਦੋਨਾਂ ਦੀ ਨਿਭਦੀ ਨਹੀਂ, ਆਖੋ ਵਾਹਿਗੁਰੂ। ਇੱਕ ਪਰਉਪਕਾਰੀ ਹੈ, ਆਪਾ ਵਾਰਨ ਵਾਲਾ, ਆਪਣੇ ਕੋਲੋਂ ਪੈਸੇ ਦਸਵੰਧ ਖਰਚ ਕੇ ਪਰਉਪਕਾਰ ਕਰਨਾ ਚਾਹੁੰਦਾ ਹੈ। ਇੱਕ ਸਵਾਰਥੀ ਹੈ, ਲੋਭੀ ਹੈ, ਉਹਦੇ ਪਰਉਪਕਾਰ ਦੇ ਵਿੱਚੋਂ ਆਪਣਾ ਫਾਇਦਾ ਉਠਾਉਣਾ ਚਾਹੁੰਦਾ ਹੈ। ਉਹਨੂੰ ਕੋਈ ਸਰੋਕਾਰ ਨਹੀਂ, ਕੌਮ ਦਾ ਕੀ ਬਣੇ, ਲੋਕਾਂ ਦਾ ਕੀ ਬਣੇ। ਉਹਨੂੰ ਸਿਰਫ ਉਹਦੇ ਪਰਉਪਕਾਰ ਵਿੱਚੋਂ ਆਪਣਾ ਸਵਾਰਥ ਪੈਦਾ ਕਰਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਇਹਦੇ ਵਿੱਚੋਂ ਮੈਨੂੰ ਕਮਾਈ ਹੋਵੇ, ਇਸ ਪਰਉਪਕਾਰ ਵਿੱਚੋਂ। ਉਹ ਚਾਹੁੰਦਾ ਹੈ ਇਸ ਪਰਉਪਕਾਰ ਵਿੱਚੋਂ ਮੇਰੀ ਪਦਵੀ ਮਿਲੇ, ਇਸ ਪਰਉਪਕਾਰ ਦੇ ਵਿੱਚੋਂ ਮੇਰਾ ਧੰਦਾ ਚੱਲੇ। ਦੋਨਾਂ ਦੀ ਨਹੀਂ ਨਿਭਦੀ, ਆਖੋ ਵਾਹਿਗੁਰੂ। ਨਹੀਂ ਨਿਭੇਗੀ, ਕਿਉਂਕਿ ਦਿਸ਼ਾ ਵੱਖਰੀ ਵੱਖਰੀ ਹੈ। ਗੱਲ ਇਹ ਨਹੀਂ, ਕੰਮ ਤੇ ਕਈ ਵਾਰੀ ਦੋ ਜਾਣੇ ਮਿਲ ਕੇ ਕੰਮ ਕਰਦੇ ਨੇ, ਦੋਨਾਂ ਦੀ ਭਾਵਨਾ ਵੱਖਰੀ ਹੁੰਦੀ ਹੈ। ਨਹੀਂ ਨਿਭਦਾ, ਕਿਉਂਕਿ ਹਰ ਕੇ ਦਾਸ ਦੀ ਸਾਕਤ ਦੇ ਨਾਲ ਨਿਭੇਗੀ ਨਹੀਂ। ਹੋ ਸਕਦਾ ਦੋਨੋਂ ਧਰਮ ਦੇ ਕਰਮ ਕਰ ਰਹੇ ਨੇ। ਇੱਕ ਧਰਮ ਦਾ ਕਰਮ ਕਰ ਰਿਹਾ ਸਿੱਖਣ ਲਈ ਤੇ ਵੰਡਣ ਲਈ, ਇੱਕ ਧਰਮ ਦਾ ਕਰਮ ਕਰ ਰਿਹਾ ਆਪਣੀ ਕਮਾਈ ਦੇ ਲਈ। ਜਿਹੜਾ ਸਿੱਖਣ ਤੇ ਵੰਡਣ ਲਈ ਕਰ ਰਿਹਾ, ਉਹ ਕਰਮਕਾਂਡੀ ਨਹੀਂ ਹੋਏਗਾ ਤੇ ਕਰਮਕਾਂਡ ਦੇ ਵਿਰੁੱਧ ਹੋਏਗਾ। ਤੇ ਜਿਹੜਾ ਆਪਣੀ ਕਮਾਈ ਲਈ ਧਰਮ ਦਾ ਕਰਮ ਕਰਦਾ, ਉਹ ਡੈਫੀਨਿਟਲੀ ਉਹ ਕਰਮਕਾਂਡੀ ਹੋਏਗਾ ਤੇ ਕਰਮਕਾਂਡ ਸਿਖਾਏਗਾ। ਦੋਨਾਂ ਦੀ ਨਿਭਦੀ ਨਹੀਂ, ਆਖੋ ਵਾਹਿਗੁਰੂ। ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ।
ਇੱਕ ਨਿਮਰਤਾ ਵਿੱਚ ਜਿਉਣ ਵਾਲਾ ਹੈ, ਇੱਕ ਹੰਕਾਰ ਵਾਲਾ ਹੈ, ਦੋਨਾਂ ਦੀ ਨਿਭਦੀ ਨਹੀਂ। ਇੱਕ ਨਿੰਦਾ ਕਰ ਕਰਕੇ ਦੂਸਰਿਆਂ ਨੂੰ ਨੀਵਾਂ ਦਿਖਾਉਂਦਾ ਹੈ ਤੇ ਇੱਕ ਨਿੰਦਾ ਕਰਨ ਵਾਲਿਆਂ ਪ੍ਰਤੀ ਵੀ ਕੁਝ ਨਹੀਂ ਕਹਿੰਦਾ। ਦੋਨਾਂ ਦੀ ਨਿਭਦੀ ਨਹੀਂ। ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ। ਅੱਗੋਂ ਸਤਿਗੁਰੂ ਜੀ ਉਦਾਹਰਨਾਂ ਦੇ ਰਹੇ ਨੇ। ਉਹ ਵਿਖਈ ਉਸ ਰਾਮ ਕੋ ਰੰਗ ਰਹਾਓ, ਸੈਂਟਰਲ ਆਈਡੀਆ। ਉਹਦੇ ਅੰਦਰ ਸਵਾਰਥ ਦੀ, ਦੁਨਿਆਵੀ ਪ੍ਰਾਪਤੀਆਂ ਦੀ ਜੋ ਲੋਭ ਲਾਲਚ ਹੈ ਨਾ, ਲੋਭ ਲਾਲਚ ਦੀ ਜ਼ਹਿਰ ਬੈਠੀ ਹੈ ਵਿਖਈ। ਉਹ ਆਪਣੇ ਫਾਇਦਾ ਉਠਾਉਣ ਵਾਲੀ ਜ਼ਹਿਰ ਬੈਠੀ ਹੈ। ਉਹਨੂੰ ਉਸ ਕਰਮ ਵਿੱਚੋਂ ਆਪਣੀ ਪਦਵੀ ਦਿਸਦੀ ਹੈ, ਮੇਰੀ ਪਦਵੀ ਬਣੀ ਰਵੇ। ਉਹਨੂੰ ਉਸ ਕਰਮ ਵਿੱਚੋਂ ਆਪਣਾ ਲੋਭ ਲਾਲਚ, ਆਪਣਾ ਪੈਸਾ ਕਮਾਈ ਦਿਸਦੀ ਹੈ। ਤੇ ਦੂਜੇ ਦੇ ਅੰਦਰ ਰੱਬ ਦਾ ਪਿਆਰ ਹੈ, ਰੱਬ ਦੀ ਭਾਵਨਾ ਹੈ, ਉਹ ਆਪਾ ਵਾਰਨਾ ਚਾਹੁੰਦਾ ਹੈ। ਉਹ ਪਿਆਰ ਵਿੱਚ ਕਰ ਰਿਹਾ, ਉਹ ਲੋਭ ਵਿੱਚ ਕਰ ਰਿਹਾ। ਨਹੀਂ ਨਿਵੇਗੀ ਆਖੋ ਵਾਹਿਗੁਰੂ। ਅੱਗੋਂ ਹੋਰ ਉਦਾਹਰਨਾਂ। ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ। ਮਨ ਐਸਾ ਅਸਵਾਰ ਹੈ, ਅਸਵਾਰ ਹੁੰਦਾ ਘੋੜੀ ਤੇ ਚੜ੍ਹਨ ਵਾਲਾ, ਜਿਹੜਾ ਅਨਾੜੀ ਹੈ, ਅਣਜਾਣ ਹੈ, ਘੋੜੀ ਤੇ ਚੜ੍ਹਨਾ ਚਾਹੁੰਦਾ ਹੈ। ਯਾਨੀ ਅਸਵਾਰ ਅਨਾੜੀ ਹੈ, ਉਹਨੂੰ ਪਤਾ ਨਹੀਂ, ਘੋੜਸਵਾਰੀ ਕੀਤੀ ਨਹੀਂ, ਤਜਰਬਾ ਨਹੀਂ। ਤੇ ਘੋੜੀ ਪੂਰੀ ਸ਼ਿੰਗਾਰੀ ਹੋਈ ਹੈ ਤੇ ਬੜੀ ਸਿਆਣੀ ਹੈ। ਜਿਹੜੇ ਘੋੜੇ ਰੱਖਦੇ ਨੇ ਨਾ, ਜਾਂ ਜਿਨ੍ਹਾਂ ਦਾ ਕਦੀ ਜ਼ਿੰਦਗੀ ਦੇ ਵਿੱਚ ਘੋੜਿਆਂ ਦੇ ਨਾਲ ਨੇੜ ਦਾ ਵਾਹ ਪਿਆ, ਉਹ ਜਾਣਦੇ ਨੇ ਕਿ ਘੋੜੇ ਦੇ ਅੰਦਰ ਇੱਕ ਐਸੀ ਸੈਂਸ ਹੈ, ਇੱਕ ਐਸੀ ਸੋਝੀ ਹੈ ਵਾਹਿਗੁਰੂ ਨੇ ਪਾਈ। ਜਦੋਂ ਕੋਈ ਅਸਵਾਰ ਉਹਦੇ ਤੇ ਚੜ੍ਹਦਾ ਹੈ ਨਾ, ਉਹਨੂੰ ਪਤਾ ਲੱਗ ਜਾਂਦਾ ਵੀ ਐਕਸਪਰਟ ਹੈ ਜਾਂ ਅਨਾੜੀ ਹੈ। ਜਦੋਂ ਅਨਾੜੀ ਹੁੰਦਾ ਨਾ, ਚਾਹੇ ਉਹ ਘੋੜਾ ਤੇ ਚਾਹੇ ਘੋੜੀ ਹੈ, ਉਹ ਤੁਰਦੀ ਨਹੀਂ, ਅਟਕ ਜਾਏਗੀ। ਦੇਖਿਓ ਤੁਸੀਂ, ਉਹਨੂੰ ਪਤਾ ਹੈ ਇਹ ਬੰਦਾ ਅਣਜਾਣ ਹੈ। ਉਹ ਤੁਰਦੀ ਨਹੀਂ ਤੇ ਉਹ ਤੋਰਨਾ ਚਾਹੁੰਦਾ ਹੈ। ਹੁਣ ਅਨਾੜੀ ਹੈ, ਜਾਂ ਤਾਂ ਇਹ ਹੈ ਵੀ ਉਹ ਅੱਡੀ ਲਾ ਬੈਠਦਾ ਹੇਠਾਂ, ਜਾਂ ਫਿਰ ਜ਼ਿਆਦਾ ਖਿੱਚ ਬੈਠਦਾ ਹੈ। ਫਿਰ ਉਹ ਜਦੋਂ ਭੱਜਦੀ ਹੈ ਨਾ, ਉਹਨੂੰ ਮੂਧੇ ਮੂੰਹ ਡੇਗਦੀ ਆ ਆਖੋ ਵਾਹਿਗੁਰੂ। ਜਿਵੇਂ ਇੱਕ ਅਨਾੜੀ ਅਸਵਾਰ ਤੇ ਸਿਆਣੀ ਸ਼ਿੰਗਾਰੀ ਘੋੜੀ, ਦੋਨਾਂ ਦੀ ਨਿਭਦੀ ਨਹੀਂ ਆਖੋ ਵਾਹਿਗੁਰੂ। ਇਸੇ ਤਰ੍ਹਾਂ ਜਿਹਦਾ ਮਨ ਸਵਾਰਥੀ ਹੈ, ਲੋਭੀ ਹੈ, ਚਾਹੇ ਉਹ ਆਪਣੀ ਕਮਾਈ ਦਾ ਲੋਭ ਦੇਖ ਰਿਹਾ, ਚਾਹੇ ਉਹ ਆਪਣੀ ਪਦਵੀ ਦਾ ਲੋਭ ਦੇਖ ਰਿਹਾ, ਉਹ ਅਨਾੜ ਅਸਵਾਰੀ ਹੈ, ਅਨਾੜੀ ਅਸਵਾਰ ਹੈ ਤੇ ਚੜ੍ਹ ਰਿਹਾ ਉਸ ਚਾਲ ਤੇ, ਉਸ ਮਾਰਗ ਤੇ, ਜਿਹੜਾ ਮਾਰਗ ਇੱਕ ਸ਼ਿੰਗਾਰੀ ਹੋਈ ਘੋੜੀ ਵਰਗਾ ਆਖੋ ਵਾਹਿਗੁਰੂ। ਕਾਮਯਾਬ ਨਹੀਂ ਹੋਏਗਾ। ਅਗਲੀ ਉਦਾਹਰਨ। ਜਿਉਂ ਕਾ ਪੁਰਖ ਪੁਚਾਰੈ ਨਾਰੀ। ਕਾ ਪੁਰਖ ਹੁੰਦਾ ਹੈ ਹੀਜੜਾ, ਖੁਸਰਾ, ਜਿਹਨੂੰ ਥਰਡ ਜੈਂਡਰ ਆਪਾਂ ਕਹਿ ਦਿੰਦੇ ਹਾਂ। ਹੁਣ ਅਗਰ ਕੋਈ ਹੀਜੜਾ, ਕੋਈ ਖੁਸਰਾ ਕਿਸੇ ਔਰਤ ਨਾਲ ਪਿਆਰ ਕਰਦਾ ਹੈ, ਕੀ ਕਰੇਗਾ? ਮਿਲਾਪ ਤੇ ਹੋ ਨਹੀਂ ਸਕੇਗਾ। ਇਸੇ ਤਰ੍ਹਾਂ ਜਿਸ ਮਨ ਦੀ ਉਡਾਰੀ ਬੜੀ ਛੋਟੀ ਹੈ, ਜਿਹੜਾ ਕੇਵਲ ਕਮਾਈ ਦੇਖਦਾ, ਆਪਣਾ ਪੈਸਾ ਦੇਖਦਾ ਹੈ, ਆਪਣੀ ਪਦਵੀ ਦੇਖਦਾ, ਆਪਣਾ ਲੋਭ ਲਾਲਚ ਦੇਖਦਾ ਹੈ, ਜਿਹਦੇ ਅੰਦਰ ਮਨਮਤ ਹੈ, ਗੁਰੂ ਦੇ ਉਪਦੇਸ਼ ਕੁਛ ਹੋਰ ਕਹਿ ਰਹੇ ਨੇ, ਉਹਦੀਆਂ ਭਾਵਨਾਵਾਂ ਕੁਛ ਹੋਰ ਨੇ, ਉਹ ਇਸ ਮਾਰਗ ਨਾਲ ਪਿਆਰ ਕਰਦਾ ਹੈ, ਕਿਵੇਂ ਨਿਭੇਗੀ ਆਖੋ ਵਾਹਿਗੁਰੂ। ਅਗਲੀ ਉਦਾਹਰਨ। ਬੈਲ ਕੋ ਨੇਤਰਾ ਪਾਏ ਦੁਹਾਵਾ ਹੈ। ਕੋਈ ਦੇਖਦਾ ਹੈ ਕਿ ਗਊ ਨੂੰ ਚੋਂਦਾ, ਉਹਨੂੰ ਦੁੱਧ ਮਿਲ ਰਿਹਾ, ਤੇ ਉਹ ਗਊ ਨੇ ਉਹਨੇ ਨੇਤਰਾ ਪਾਇਆ ਹੋਇਆ, ਕਿਉਂਕਿ ਉਹ ਜਿਹੜਾ ਚੋਂਦਾ ਹੈ ਨਾ, ਉਹ ਗਊ ਛੜਾ ਮਾਰਦੀ ਹੈ, ਪੈਰ ਦੁਲੱਤੇ ਮਾਰਦੀ ਹੈ, ਤੇ ਉਹਦੇ ਪੈਰਾਂ ਨੂੰ ਬੰਨ੍ਹ ਦਿੰਦਾ ਹੈ। ਨੇਤਰਾ ਪਾਉਣਾ ਕਹਿੰਦੇ ਉਹਨੂੰ। ਪੈਰਾਂ ਨੂੰ ਬੰਨ੍ਹ ਦਿੰਦਾ ਤੇ ਦੁੱਧ ਚੋ ਲੈਂਦਾ ਹੈ। ਕੋਈ ਬੰਦਾ ਦੇਖ ਰਿਹਾ, ਕਹਿੰਦਾ ਆਹ ਤਾਂ ਬੜਾ ਤਰੀਕਾ ਵਧੀਆ, ਉਹਨੂੰ ਦੁੱਧ ਬੈਠੇ ਬਿਠਾਏ ਨੂੰ ਮਿਲ ਜਾਂਦਾ, ਦੁੱਧ ਚੋਂਦਾ। ਉਹਦੇ ਘਰ ਹੈ ਬਲਦ, ਤੇ ਉਹ ਬਲਦ ਨੂੰ ਨੇਤਰਾ ਪਾ ਲੈਂਦਾ ਹੈ। ਕੀ ਉਹਦਾ ਮਕਸਦ ਪੂਰਾ ਹੋਏਗਾ? ਜਿਹਦੀ ਸੋਚ ਛੋਟੀ, ਜਿਹਦਾ ਸੁਭਾਅ ਛੋਟਾ, ਜਿਹਦੇ ਵਿਚਾਰ ਛੋਟੇ, ਜਿਹਦੀਆਂ ਭਾਵਨਾਵਾਂ ਛੋਟੀਆਂ, ਜਿਹਦਾ ਜਜ਼ਬਾ ਛੋਟਾ, ਜਿਹਦੀ ਲਗਨ ਛੋਟੀ, ਉਹ ਨਹੀਂ ਤੁਰ ਸਕੇਗਾ ਗੁਰੂ ਦੇ ਮਾਰਗ ਤੇ। ਅਗਲੀ ਉਦਾਹਰਨ। ਗਊ ਚਾਰ ਸਿੰਘ ਪਾਛੈ ਪਾਵੈ। ਹੁਣ ਕੋਈ ਗਊ ਦੇ ਉੱਪਰ ਚੜ੍ਹ ਜਾਂਦਾ ਹੈ ਤੇ ਸਿੰਘ ਦੇ ਪਿੱਛੇ ਪਿੱਛੇ, ਸ਼ੇਰ ਦੇ ਪਿੱਛੇ ਪਿੱਛੇ ਕਹਿੰਦਾ ਮੈਂ ਸ਼ੇਰ ਦੇ ਪਿੱਛੇ ਪਿੱਛੇ ਤੁਰਾਂ,
ਹੁਣ ਸ਼ੇਰ ਦੇ ਮੁਕਾਬਲੇ ਤੇ ਗਊ ਕਿਵੇਂ ਭੱਜ ਸਕੇਗੀ? ਸ਼ੇਰ ਦਾ ਮੁਕਾਬਲਾ ਗਊ ਕਿਵੇਂ ਕਰੇਗੀ? ਜਿਹਦੀ ਮੱਤ ਛੋਟੀ ਹੈ, ਜਿਹਦੀ ਮੱਤ ਦੇ ਸੋਚਾਂ ਛੋਟੀਆਂ ਨੇ, ਉਡਾਰੀ ਛੋਟੀ ਹੈ, ਉਹ ਵੱਡੇ ਜ਼ਿਗਰੇ ਵਾਲੇ ਮਾਰਗ ਤੇ ਕਿਵੇਂ ਤੁਰ ਸਕੇਗੀ? ਆਖੋ ਵਾਹਿਗੁਰੂ। ਇਹ ਜਿਹੜੀਆਂ ਉਦਾਹਰਨਾਂ ਨੇ ਯਾਦ ਰੱਖਿਓ, ਹਰ ਕੇ ਦਾਸ ਸਿਓ ਸਾਖਤ ਨਹੀਂ ਸੰਗ। ਰੱਬ ਦੇ ਸੇਵਕ, ਰੱਬ ਦੇ ਮਾਰਗ ਲਈ ਆਪਾ ਵਾਰਨ ਵਾਲੇ ਦਾ ਸਾਖਤ ਉਹਦਾ ਸੰਗ ਨਹੀਂ ਕਰ ਸਕਦਾ, ਨਿਭਦੀ ਨਹੀਂ। ਅਗਲੀ ਉਦਾਹਰਣ, ਗਾਡਰ ਲੈ ਕਾਮ ਧੇਨ ਕਰ ਪੂਜੀ। ਉਹ ਕਾਮ ਧੇਨ ਗਊ ਨੂੰ ਪੂਜਦੇ ਸੀ, ਦੇਖਦੇ ਸੀ, ਕਹਿੰਦੇ ਵੀ ਇਹ ਗਊ ਦੀ ਪੂਜਾ ਕਰਦੇ ਹੈ, ਇਹਨਾਂ ਕੋਲ ਪ੍ਰਾਪਤੀਆਂ ਹੋ ਜਾਂਦੀਆਂ ਨੇ, ਬਈ ਮੈਂ ਵੀ ਪੂਜਾਂ। ਪਰ ਉਹਦੇ ਕੋਲੇ ਭੇਡ। ਹੁਣ ਕਿੱਥੇ ਭੇਡ ਤੇ ਕਿੱਥੇ ਗਊ? ਯਾਨੀ ਕਿੱਥੇ ਛੋਟੀ ਮੱਤ ਤੇ ਵੱਡਾ ਮਾਰਗ, ਕਿੱਥੇ ਛੋਟੇ ਜਜ਼ਬੇ ਵਾਲਾ ਤੇ ਕਿੱਥੇ ਵੱਡੇ ਜਜ਼ਬੇ ਵਾਲਾ, ਜਿਹਦਾ ਵਿਜ਼ਨ ਵੱਡਾ ਹੈ ਤੇ ਜਿਹਦੇ ਵਿਜ਼ਨ ਛੋਟੇ ਨੇ। ਇੱਕ ਦਾ ਵਿਜ਼ਨ ਕੇਵਲ ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਹੈ। ਇੱਕ ਦਾ ਵਿਜ਼ਨ ਵੱਡਾ ਹੈ, ਪਰਉਪਕਾਰ ਦਾ। ਇੱਕ ਗੁਰੂ ਲਈ, ਰੱਬ ਲਈ ਆਪਾ ਵਾਰਨ ਵਾਲਾ ਹੈ। ਇੱਕ ਸਭ ਕੁਛ ਵਿੱਚੋਂ ਆਪਣੇ ਫਾਇਦੇ ਉਠਾਉਣ ਵਾਲਾ ਹੈ। ਇੱਕ ਸੁੰਗੜੀ ਹੋਈ ਸੋਚ ਹੈ, ਇੱਕ ਵਿਸ਼ਾਲ ਸੋਚ ਹੈ। ਇੱਕ ਸੁੰਗੜਿਆ ਹੋਇਆ ਸੁਭਾਅ ਹੈ, ਇੱਕ ਵੱਡੇ ਮਿਸ਼ਨ ਵਾਲਾ ਸੁਭਾਅ ਹੈ। ਦੋਨਾਂ ਦੀ ਨਹੀਂ ਨਿਭਦੀ, ਆਖੋ ਵਾਹਿਗੁਰੂ। ਅਗਲੀ ਉਦਾਹਰਣ, ਸੌਦੇ ਕੋ ਧਾਵੈ ਬਿਨ ਪੂੰਜੀ। ਵਪਾਰ ਤਾਂ ਕਰਨਾ ਚਾਹੁੰਦਾ ਹੈ, ਕੋਲੇ ਪੂੰਜੀ ਨਹੀਂ, ਆਖੋ ਵਾਹਿਗੁਰੂ। ਚਾਹੁੰਦਾ ਪਰਉਪਕਾਰ ਕਰਨਾ, ਜਿਗਰਾ ਬਹੁਤ ਛੋਟਾ ਹੈ, ਛੋਟੇ ਜਿਹੇ ਵਿਗਨ ਤੇ ਡੋਲਦਾ ਹੈ। ਲਗਨ ਬਹੁਤ ਛੋਟੀ ਹੈ। ਜਜ਼ਬਾ ਪਿਆਰ ਉਹ ਨਹੀਂ ਹੈ, ਕਿਉਂਕਿ ਜਜ਼ਬਾ ਹੋਰ ਪਾਸੇ ਜੁੜਿਆ ਹੋਇਆ, ਲਗਨ ਹੋਰ ਪਾਸੇ ਲੱਗੀ ਹੋਈ ਹੈ। ਕਿਵੇਂ ਨਿਭੇਗਾ? ਦੋਨਾਂ ਦਾ ਮਿਲਾਪ ਨਹੀਂ। ਪਿੱਛੇ ਸ਼ਬਦ ਆਇਆ ਸੀ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਥੇ ਲਿਖਿਆ, ਹਰ ਕੇ ਦਾਸ ਸਿਓ ਸਾਖਤ ਨਹੀਂ ਸੰਗ। ਦੋਨਾਂ ਦੀ ਨਹੀਂ ਨਿਭਦੀ। ਵੱਡੇ ਜ਼ਿਗਰੇ ਵਾਲੇ ਦੀ, ਪਰਉਪਕਾਰ ਤੇ ਮਾਰਗ ਤੇ ਤੁਰਨ ਵਾਲੇ ਦੇ ਨਾਲ, ਗੁਰੂ ਲਈ, ਰੱਬ ਲਈ ਆਪਾ ਵਾਰਨ ਵਾਲੇ ਦੇ ਨਾਲ, ਸਵਾਰਥੀ, ਛੋਟੀ ਸੋਚ ਵਾਲਾ, ਛੋਟੇ ਜਜ਼ਬੇ ਵਾਲਾ, ਛੋਟੇ ਸੁਭਾਅ ਵਾਲਾ ਨਿਭਦਾ ਨਹੀਂ। ਅਗਲਾ ਫਰਕ, ਉਹ ਨੁਕਸ ਕੱਢੇਗਾ ਉਸ ਦੇ ਵਿੱਚ ਕਿ ਉਹਦੇ 'ਚ ਆਹ ਨੁਕਸ ਹੈ, ਆਹ ਨੁਕਸ ਹੈ, ਆਹ ਨੁਕਸ ਹੈ, ਮੈਂ ਤਾਂ ਨਹੀਂ ਨਿਭ ਸਕਿਆ। ਉਹ ਨੁਕਸ ਨਹੀਂ ਲੱਭਦਾ। ਉਹ ਕਹਿੰਦਾ ਜੋ ਬੀਤੀ ਸੋ ਬੀਤੀ, ਅੱਗੇ ਲੱਭਣ ਵਾਸਤੇ ਅਗਲੇ ਮਿਸ਼ਨ ਬਾਰੇ ਸੋਚਿਆ ਜਾਵੇ, ਆਖੋ ਵਾਹਿਗੁਰੂ। ਕਿਉਂਕਿ ਉਹਨੂੰ ਵਣਜ ਕਰਨਾ ਆ ਜਾਂਦਾ, ਉਹਦੇ ਕੋਲ ਪੂੰਜੀ ਹੁੰਦੀ ਹੈ ਵਣਜ ਕਰਨ ਦੀ। ਨਾਨਕ ਰਾਮ ਨਾਮ ਜਪ ਚੀਤ। ਹੇ ਨਾਨਕ ਜੀ, ਇਸ ਮਾਰਗ ਤੇ ਤੁਰਨ ਲਈ ਤੇ ਰੱਬ ਦੇ ਗਿਆਨ ਰੂਪੀ ਨਾਮ, ਰੱਬੀ ਉਪਦੇਸ਼ ਗਿਆਨ ਨੂੰ ਚੇਤੇ ਰੱਖ, ਯਾਦ ਰੱਖ, ਚੇਤਾ ਸ਼ਕਤੀ 'ਚ ਬਿਠਾ ਕੇ ਉਸ ਨੂੰ ਜਿਉਂ ਮਨ ਇਹ ਜਪਣਾ ਹੈ। ਸਿਮਰ ਸੁਆਮੀ ਹਰ ਸਾ ਮੀਤ। ਵਾਹਿਗੁਰੂ ਜੀ ਵਰਗਾ ਮਿੱਤਰ, ਸੱਜਣ, ਮਦਦਗਾਰ ਕੋਈ ਨਹੀਂ। ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਸਿੱਖ। ਉਹਦੀ ਭੈ ਭਾਵਨੀ ਸ਼ੁਕਰਾਨੇ ਵਿੱਚ ਜਿਉਣਾ ਸਿੱਖ। ਉਹਦੇ ਲਈ ਤੂੰ ਪ੍ਰੈਕਟਿਸ ਜਦੋਂ ਮਰਜ਼ੀ ਕਰ, ਜਿਵੇਂ ਸਮੇਂ ਮਰਜ਼ੀ ਕਰ। ਕੋਈ ਸਵੇਰੇ ਭਗਤੀ ਕਰਦਾ, ਸ਼ਾਮੀ ਭਗਤੀ ਕਰਦਾ, ਇਹ ਪ੍ਰੈਕਟਿਸ ਹੈ। ਹਾਲੇ ਲੱਗਣਾ ਹੈ ਕਿ ਉਹਨੂੰ ਯਾਦ ਵਿੱਚ ਜਿਉਣਾ ਸਿੱਖ। ਸੰਗਤ ਕਰਨੀ, ਸੇਵਾ ਕਰਨੀ, ਭਗਤੀ ਕਰਨੀ, ਬਾਣੀ ਪੜ੍ਹਨੀ, ਬਾਣੀ ਸੁਣਨੀ, ਕੀਰਤਨ ਕਰਨਾ, ਕੀਰਤਨ ਸੁਣਨਾ, ਅਰਥਾਂ ਸਮੇਤ ਸਹਿਜ ਪਾਠ ਕਰਨਾ, ਅਰਥ ਸਮਝਣੇ, ਇਹ ਸਾਰੀ ਪ੍ਰੈਕਟਿਸ ਹੈ। ਫਲ ਤਾਂ ਜਿਉਣਾ ਹੈ ਅਸਲੀ, ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਦਾ 161ਵਾਂ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 92ਵਾਂ। ਸਾ ਮਤ ਨਿਰਮਤ ਨਿਰਮਲ ਕਹੀਐਤ ਧੀਰ। ਕਿਹੜੀ ਮਤ ਨਿਰਮਲ ਹੈ? ਜਿਹਦੇ ਕੋਲੇ ਧੀਰਜ ਹੈ। ਉਤਰਾ ਚੜਾਤਾ ਆਉਂਦੇ ਨੇ।
ਵਿਘਨ ਤਾਂ ਆਉਂਦੇ ਨੇ, ਰੁਕਾਵਟਾਂ ਆਉਂਦੀਆਂ ਨੇ। ਜਿਹਦੇ ਕੋਲ ਧੀਰਜ ਹੁੰਦਾ ਹੈ, ਹੌਸਲਾ ਹੁੰਦਾ ਹੈ, ਉਹਨੂੰ ਵਿਸ਼ਵਾਸ ਹੁੰਦਾ, ਕੋਈ ਗੱਲ ਨਹੀਂ। ਇੱਥੇ ਗੱਲ ਯਾਦ ਰੱਖਿਓ, ਜਦੋਂ ਕੋਈ ਗੁਰੂ ਦੇ ਮਾਰਗ ਤੇ ਸਟਾਰਟਿੰਗ ਤੇ ਤੁਰਦਾ ਨਾ, ਪਰਉਪਕਾਰ ਤੇ ਤੁਰਦਾ ਹੈ, ਉਹ ਥੋੜਾ ਜਿਹਾ ਹਲੇ ਤੁਰਿਆ ਹੁੰਦਾ ਹੈ, ਕੋਈ ਨਾ ਕੋਈ ਵਿਘਨ ਆ ਗਿਆ, ਰੁਕਾਵਟ ਆ ਗਈ। ਕਿਸੇ ਵੀ ਕਾਰਨ ਹੋ ਸਕਦੀ ਹੈ, ਪੈਸੇ ਦੇ ਕਾਰਨ ਹੋ ਸਕਦੀ ਹੈ, ਬੰਦਿਆਂ ਦੇ ਕਾਰਨ ਹੋ ਸਕਦੀ ਹੈ, ਹਾਲਾਤਾਂ ਦੇ ਕਾਰਨ ਹੋ ਸਕਦੀ ਹੈ। ਉਹ ਸੋਚਦਾ ਮੇਰਾ ਤਾਂ 6 ਮਹੀਨੇ ਲਾਏ ਐਵੇਂ ਹੀ ਗਏ, ਡਿੱਗ ਜਾਂਦਾ, ਡੋਲ ਜਾਂਦਾ, ਹੌਸਲਾ ਛੱਡ ਜਾਂਦਾ। ਧੀਰਜ ਨਹੀਂ ਉਹਦੇ ਕੋਲ, ਧੀਰਜ ਨਹੀਂ ਤੇ ਮਤ ਨਿਰਮਲ ਨਹੀਂ। ਦੂਸਰੇ ਦੇ ਕੋਲ ਧੀਰਜ ਹੈ, ਕਹਿੰਦਾ ਕੋਈ ਗੱਲ ਨਹੀਂ, ਫਿਰ ਕੀ ਆ। ਗੱਲ ਯਾਦ ਰੱਖਿਓ, ਧੀਰਜ, ਮੈਂ ਪਿੱਛੇ ਵੀ ਇੱਕ ਐਪੀਸੋਡ ਵਿੱਚ ਗੱਲ ਕੀਤੀ ਸੀ। ਚਿੜੀ ਇੱਕ ਘਾਹ ਦਾ ਕਿਣਕਾ ਤੋੜ ਕੇ ਲੈ ਕੇ ਆਉਂਦੀ ਹੈ, ਆਲਣਾ ਬਣਾ ਲੈਂਦੀ ਹੈ ਸੁੱਕਿਆ ਹੋਇਆ। ਚਿੜੀ ਆਪਣੇ ਬੱਚਿਆਂ ਨੂੰ ਅੰਡਿਆਂ ਦਿੰਦੀ ਹੈ, ਅੰਡਿਆਂ 'ਚੋਂ ਬੱਚੇ ਨਿਕਲਦੇ ਨੇ, ਬੱਚੇ ਉੱਡ ਜਾਂਦੇ ਨੇ, ਚਿੜੀ ਆਲਣਾ ਛੱਡ ਕੇ ਚਲੀ ਜਾਂਦੀ ਹੈ। ਉਹ ਆਲਣੇ ਦਾ ਇੱਕ ਇੱਕ ਤੀਲਾ ਇੱਕ ਇੱਕ ਕਰਕੇ ਡਿੱਗਦਾ ਹੈ, ਇੱਕ ਤੀਲਾ ਉੱਪਰ ਰਹਿ ਗਿਆ ਉਸ ਟਾਹਣੇ ਤੇ। ਦੂਰ ਘਟਾ ਛਾ ਜਾਂਦੀ ਹੈ, ਬੜਾ ਖੁਸ਼ ਹੁੰਦਾ। ਉਹ ਬਾਕੀ ਟਾਹਣੇ, ਬ੍ਰਿਕਸ਼ ਦੇ ਪੱਤੇ, ਟਾਹਣੀਆਂ ਪੁੱਛਦੇ ਨੇ, ਇਹ ਘਾਹ ਦਿਆ ਤੀਲਿਆ, ਘਾਹ ਦਿਆ ਕਿਣਕਿਆ, ਖੁਸ਼ ਕਿਉਂ ਹੁੰਨਾ ਹੈ? ਉਹ ਬਾਰਿਸ਼ ਨਹੀਂ ਹੈ, ਉਹ ਹਨੇਰੀ ਹੈ, ਤੈਨੂੰ ਇੱਥੋਂ ਵੀ ਡਿੱਗੇਗੀ, ਇੱਥੋਂ ਵੀ ਖਤਮ ਕਰੇਗੀ। ਉਹ ਕਹਿੰਦਾ ਤਾਈਓ ਤਾਂ ਖੁਸ਼ ਹੁੰਨਾ, ਹਨੇਰੀ ਆਏਗੀ, ਡਿੱਗਾਂਗਾ। ਕਿੰਨਾ ਕੁ ਚਿਰ ਰਹੇਗੀ? ਇੱਕ ਦਿਨ ਬੰਦ ਹੋਏਗੀ। ਜਦੋਂ ਹਨੇਰੀ ਬੰਦ ਹੋਏਗੀ, ਬਾਰਿਸ਼ ਆਏਗੀ, ਫਿਰ ਉੱਗਾਂਗਾ। ਆਖੋ ਵਾਹਿਗੁਰੂ। ਇਹਨੂੰ ਕਹਿੰਦੇ ਨੇ ਧੀਰਜ, ਵਿਸ਼ਵਾਸ, ਸਿਦਕ। ਸਿਦਕ ਤੋਂ ਬਿਨਾਂ, ਧੀਰਜ ਤੋਂ ਬਿਨਾਂ, ਵਿਸ਼ਵਾਸ ਤੋਂ ਬਿਨਾਂ ਲੰਬੀ ਉਡਾਰੀ ਨਹੀਂ ਜਿਉਈ ਜਾ ਸਕਦੀ। ਵੱਡੇ ਮਿਸ਼ਨ ਤੇ ਨਹੀਂ ਤੁਰਿਆ ਜਾ ਸਕਦਾ। ਪਰ ਇਹ ਗੱਲ ਯਾਦ ਰੱਖਿਓ, ਜਿਹਦੇ ਕੋਲੇ ਧੀਰਜ ਹੈ, ਨਿਰਮਲ ਮਤ ਹੈ, ਵਿਘਨ ਰੁਕਾਵਟ ਆਉਂਦੇ ਨੇ, ਇੱਕ ਰਾਹ ਖੁੱਲ੍ਹਦਾ ਹੈ। ਅਗਰ ਉਹਦੇ ਅੰਦਰ ਪਰਉਪਕਾਰ ਕਰਨ ਦਾ ਜਜ਼ਬਾ ਪਰਪੱਕ ਹੈ, ਰੱਬ ਨਵਾਂ ਰਾਹ ਖੋਲ੍ਹ ਦਿੰਦਾ। ਆਖੋ ਵਾਹਿਗੁਰੂ। ਜਿਹੜਾ ਰਾਹ ਰੱਬ ਖੋਲ੍ਹਦਾ ਉਹ ਵੱਡਾ ਹੁੰਦਾ ਹੈ, ਪਿਛਲੇ ਰਾਹ ਨਾਲੋਂ ਵੱਡਾ ਹੁੰਦਾ। ਆਖੋ ਵਾਹਿਗੁਰੂ। ਫਿਰ ਉਹ ਵਾਹਿਗੁਰੂ ਜੀ ਦੇ ਕੌਤਕ ਦੇਖਦੇ ਨੇ, ਉਹਨਾਂ ਨੂੰ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਵਰਤਾਰੇ ਦਿਸਦੇ ਨੇ, ਉਹਦੇ 'ਚੋਂ ਇੱਕ ਰਸ ਆਉਂਦਾ ਹੈ। ਫਿਰ ਉਹ ਜਿਹੜੀ ਨਿਰਮਲ ਮੱਤ ਹੈ ਨਾ, ਰਾਮ ਰਸਾਇਣ ਪੀਵਤ ਵੀਰ, ਉਹ ਇਸ ਰਸ ਨੂੰ ਪੀਂਦੀ ਹੈ ਭਾਈ, ਉਹ ਮਜ਼ਬੂਤ ਹੁੰਦੀ ਹੈ। ਇਹ ਵੀਰਾ ਹੈ, ਭਰਾ, ਉਹ ਇਸ ਰਸ ਨੂੰ ਪੀਂਦੀ ਹੈ। ਇਸ ਰਸ ਨੂੰ ਪੀਣਾ ਸਿੱਖ, ਇਸ ਰਸ ਨੂੰ ਮਾਣ। ਹਰ ਕੇ ਚਰਨ ਹਿਰਦਾ ਕਰ ਓਟ, ਰੱਬੀ ਗਿਆਨ, ਰੱਬੀ ਉਪਦੇਸ਼ ਹਰੀ ਦੇ ਚਰਨ ਨੇ। ਉਪਦੇਸ਼, ਇਹਨੂੰ ਹਿਰਦੇ 'ਚ ਆਸਰਾ ਮੰਨ। ਉਪਦੇਸ਼ ਨੇ ਸੁਭਾਅ ਬਦਲਣਾ ਹੈ। ਗੁਰੂ ਦੇ ਉਪਦੇਸ਼ ਸੋਚ ਤੇ ਲਾਗੂ ਕਰੇਗਾ, ਫਿਰ ਸੋਚ ਬਦਲਣੀ ਹੈ। ਪਰ ਉਸ ਤੋਂ ਪਹਿਲਾਂ ਗੁਰੂ ਦੇ ਉਪਦੇਸ਼ ਰਾਹੀਂ ਸੁਭਾਅ ਪੜਚੋਲੇਗਾ, ਤਾਂ ਹੀ ਤੇ ਪਤਾ ਲੱਗੇਗਾ ਕਿੱਥੋਂ ਬਦਲਣਾ ਹੈ। ਸੋਚ ਨੂੰ ਪੜਚੋਲੇਗਾ, ਲਾਗੂ ਕਰੇਗਾ, ਇਹ ਓਟ ਆਸਰਾ ਹੈ। ਜਨਮ ਮਰਨ ਤੇ ਹੋਵਤ ਛੋਟ ਰਹਾਓ, ਸੈਂਟਰਲ ਆਈਡੀਆ। ਜੋ ਅੰਦਰ ਜਨਮ ਮਰਨ ਹੋ ਰਿਹਾ ਨਾ, ਕਦੀ ਨਿੰਦਾ, ਨਫ਼ਰਤ, ਲੋਭ, ਲਾਲਚ, ਹੰਕਾਰ, ਕਦੀ ਕੁਛ ਕਦੀ ਕੁਛ। ਜਿਉਂ-ਜਿਉਂ ਕੋਈ ਵੀ ਔਗਣ ਪੈਦਾ ਹੁੰਦਾ ਨਾ, ਜਨਮ ਹੁੰਦਾ ਹੈ, ਅੰਦਰ ਗੁਣ ਮਰਦਾ ਹੈ। ਜਨਮ ਮਰਨ ਤੋਂ ਫੇਰ ਹੀ ਖਹਿੜਾ ਛੁੱਟੇਗਾ। ਆਖੋ ਵਾਹਿਗੁਰੂ। ਜਿਉਂਦੇ ਜੀ ਜਨਮ ਮਰਨ ਦੀ ਗੱਲ ਕੀਤੀ ਹੈ, ਜਿਉਂਦੇ ਜੀ ਮਨ ਦੀਆਂ ਜੂਨੀਆਂ ਦੀ ਗੱਲ ਕੀਤੀ ਹੈ, ਜਿਉਂਦੇ ਜੀ ਸੁਭਾਵਿਕ ਕਮਜ਼ੋਰੀਆਂ, ਸੁਭਾਵਿਕ ਚੰਗਿਆਈਆਂ ਦੀ ਗੱਲ ਕੀਤੀ ਹੈ, ਸੋਚ ਦੀਆਂ ਕਮਜ਼ੋਰੀਆਂ ਤੇ ਸੋਚ ਦੇ ਚੰਗੇਪਣ ਦੀਆਂ ਗੱਲਾਂ ਕੀਤੀਆਂ ਨੇ। ਗੁਰੂ ਦੇ ਨਜ਼ਰੀਏ ਅਨੁਸਾਰ ਇਸ ਨੂੰ ਸਮਝਣਾ ਹੈ, ਸਿੱਖਣਾ ਹੈ, ਜ਼ਿੰਦਗੀ 'ਚ ਲਾਗੂ ਕਰਨਾ ਹੈ। ਵੱਡੇ ਭਾਗਾਂ ਵਾਲੇ ਹੋ ਤੁਸੀਂ, ਜੋ ਅਰਥਾਂ ਸਮੇਤ ਸਹਿਜ ਪਾਠ ਕਰਦਿਆਂ ਸਿੱਖ ਰਹੇ ਹੋ। ਸੋ ਤਨ ਨਿਰਮਲ, ਜਿਤ ਉਪਜੈ ਨਾ ਪਾਪ। ਉੱਪਰ ਆਇਆ ਸੀ ਨਿਰਮਲ ਮਤ, ਜਿਹਦੇ ਕੋਲੇ ਧੀਰਜ ਹੈ। ਤੇ ਨਿਰਮਲ ਜੀਵਨ ਕਿਹਦੇ ਕੋਲੇ ਹੈ? ਨਿਰਮਲ ਸਰੀਰ ਕਿਹਦੇ ਕੋਲੇ ਹੈ? ਜਿਹਦੇ ਅੰਦਰ ਪਾਪ ਪ੍ਰਵਿਰਤੀ ਨਹੀਂ ਪੈਦਾ ਹੁੰਦੀ। ਆਖੋ ਵਾਹਿਗੁਰੂ। ਰਾਮ ਰੰਗ ਨਿਰਮਲ ਪ੍ਰਤਾਪ, ਉਹ ਰੱਬ ਦੇ ਪਿਆਰ ਵਿੱਚ ਭਿੱਜੇ ਹੁੰਦੇ ਨੇ। ਤੇ ਰੱਬ ਦੇ ਪਿਆਰ ਦਾ ਫਲ ਜੋ ਹੈ ਉਹ ਬਖਸ਼ਿਸ਼ ਹੁੰਦੀ ਹੈ।
ਤੇ ਬਖਸ਼ਿਸ਼ ਦਾ ਇੱਕ ਪ੍ਰਤਾਪ ਹੁੰਦਾ ਹੈ। ਉਹ ਪ੍ਰਤਾਪ ਉਹਨਾਂ ਨੂੰ ਨਿਰਮਲ ਰੱਖਦਾ। ਆਖੋ ਵਾਹਿਗੁਰੂ। ਉਹਨਾਂ ਦੇ ਅੰਦਰ ਧੀਰਜ ਬਣਾ ਕੇ ਰੱਖਦਾ ਹੈ, ਮਤ ਨਿਰਮਲ ਰੱਖਦਾ ਹੈ। ਬਖਸ਼ਿਸ਼ ਦਾ ਪ੍ਰਤਾਪ, ਬਖਸ਼ਿਸ਼ ਤੋਂ ਬਿਨਾਂ ਨਹੀਂ ਤੁਰਿਆ ਜਾਂਦਾ। ਜਿਹੜੇ ਤੁਰਦੇ ਨੇ ਬਖਸ਼ਿਸ਼ ਹੁੰਦੀ ਹੈ। ਸਮਝੀਏ, ਸਿੱਖੀਏ, ਆਪਣੇ ਅੰਦਰ ਲਿਆਈਏ। ਆਖੋ ਵਾਹਿਗੁਰੂ। ਸਾਧ ਸੰਗ ਮਿਟ ਜਾਤ ਬੇਕਾਰ। ਫਿਰ ਜਿਹੜੇ ਬੇਕਾਰ ਨੇ ਨਾ, ਗੁਰੂ ਦੇ ਉਪਦੇਸ਼ ਦਾ ਸੰਗ ਕਰਕੇ, ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ ਗੁਰੂ ਦਾ ਸੰਗ ਹੈ, ਇਹਦੇ ਨਾਲ ਮਿਟ ਜਾਂਦੇ ਨੇ। ਸਭ ਤੇ ਉੱਚ ਇਹੋ ਉਪਕਾਰ। ਸਭ ਤੋਂ ਉੱਚਾ ਕੰਮ ਹੈ ਉਪਕਾਰ। ਇੱਕ ਹੁੰਦੀ ਕਾਰ, ਇੱਕ ਬੇਕਾਰ, ਇੱਕ ਉਪਕਾਰ, ਇੱਕ ਪਰਉਪਕਾਰ। ਕਾਰ ਹੁੰਦੇ ਆ ਆਮ ਕਰਮ, ਬੇਕਾਰ ਹੁੰਦੇ ਨਖਿੱਧ ਕਰਮ। ਉਪਕਾਰ ਹੈ ਗੁਰੂ ਦਾ ਹੁਕਮ ਮੰਨਣਾ, ਉਪਦੇਸ਼ ਮੰਨਣੇ। ਤੇ ਪਰਉਪਕਾਰ ਹੈ ਦੂਜਿਆਂ ਨੂੰ ਵੰਡਣਾ। ਆਖੋ ਵਾਹਿਗੁਰੂ। ਪ੍ਰੇਮ ਭਗਤ ਰਾਤੇ ਗੋਪਾਲ। ਜਿਹੜੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਭਿੱਜੇ ਹੁੰਦੇ ਨੇ ਨਾ, ਉਹਨਾਂ ਦਾ ਪਿਆਰ ਵਿੱਚ ਭਿੱਜ ਕੇ ਆਪਾ ਵਾਰਨਾ ਭਗਤੀ ਹੁੰਦਾ। ਇਹਨੂੰ ਪ੍ਰੇਮਾ ਭਗਤੀ ਕਹਿੰਦੇ ਨੇ। ਨਾਨਕ ਜਾਚੈ ਸਾਧ ਰਵਾਲ। ਹੇ ਨਾਨਕ ਜੀ, ਗੁਰੂ ਦੀ ਚਰਨ ਧੂੜੀ ਮੰਗਦਾ ਹਾਂ। ਆਖੋ ਵਾਹਿਗੁਰੂ। ਚਰਨ ਧੂੜੀ ਗੁਰੂ ਦੇ ਉਪਦੇਸ਼ ਦਾ ਪ੍ਰਭਾਵ ਮਨ ਤੇ ਪਵੇ, ਮਨ ਮੰਨਣ ਤੁਰ ਪਵੇ। ਉਪਦੇਸ਼ ਦੀ ਗੱਲ ਸਿਖਾਈ ਤੇ ਉਪਦੇਸ਼ ਹੀ ਮੰਗਿਆ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦਾ ਅਗਲਾ ਸ਼ਬਦ 162ਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 93ਵਾਂ। ਐਸੀ ਪ੍ਰੀਤ ਗੋਬਿੰਦ ਸਿਉ ਲਾਗੀ। ਜਿਨ੍ਹਾਂ ਦੀ ਗੋਬਿੰਦ ਵਾਹਿਗੁਰੂ ਜੀ ਦੇ ਨਾਲ ਗੂੜੀ ਪ੍ਰੀਤ ਲੱਗ ਗਈ। ਆਹਾ, ਧੰਨ ਗੁਰੂ ਕਲਗੀਧਰ ਸਾਹਿਬ ਜੀ ਨਾਲ ਗੂੜੀ ਪ੍ਰੀਤ ਲੱਗ ਗਈ। ਇਹ ਗੱਲ ਯਾਦ ਰੱਖਿਓ। ਜਿਨ੍ਹਾਂ ਦੇ ਘਰ ਵਿੱਚ ਪੀੜ੍ਹੀ ਦਰ ਪੀੜ੍ਹੀ ਅੰਮ੍ਰਿਤ ਦੀ ਦਾਤ ਹੋਏਗੀ ਨਾ, ਉਹਨਾਂ ਦੀ ਪ੍ਰੀਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਗੁਰੂ ਕਲਗੀਧਰ ਸਾਹਿਬ ਜੀ ਨਾਲ ਗੂੜੀ ਪ੍ਰੀਤ ਹੁੰਦੀ ਹੈ। ਫਿਰ ਜਿਨ੍ਹਾਂ ਨੂੰ ਬਚਪਨ ਤੋਂ ਅੰਮ੍ਰਿਤ ਦੀ ਦਾਤ ਮਿਲਦੀ ਹੈ, ਗੂੜੀ ਪ੍ਰੀਤ ਹੁੰਦੀ ਹੈ। ਜਿਉਂ-ਜਿਉਂ ਲੇਟ ਹੁੰਦਾ ਨਾ, ਜੇ ਘਰ ਵਿੱਚ ਅੰਮ੍ਰਿਤ ਨਹੀਂ, ਬਚਪਨ 'ਚ ਅੰਮ੍ਰਿਤ ਨਹੀਂ, ਟੀਨ ਏਜ ਵਿੱਚ ਅੰਮ੍ਰਿਤ ਨਹੀਂ, ਇਹ ਪ੍ਰੀਤ ਗੂੜੀ ਹੋਣ ਵਿੱਚ ਕਿਤੇ ਕੱਚ ਰਹਿ ਜਾਂਦਾ। ਹਰ ਇੱਕ ਨੂੰ ਲੱਗਦਾ ਮੇਰੀ ਪ੍ਰੀਤ ਗੂੜੀ ਹੈ, ਪਰ ਗੁਰੂ ਦੇ ਮਾਰਗ ਲਈ ਕਿੰਨਾ ਟਾਈਮ ਕੱਢਦਾ ਹੈ? ਗੁਰੂ ਦੀ ਕੌਮ ਲਈ ਟਾਈਮ ਕਿੰਨਾ ਕੱਢ ਰਿਹਾ ਤੂੰ? ਆਪਣੇ ਆਪ ਨੂੰ ਤਾਂ ਸੁਭਾਅ ਤੇ ਹੰਕਾਰ ਹੁੰਦਾ। ਹਰ ਇੱਕ ਨੂੰ ਲੱਗਦਾ ਮੇਰੇ ਅੰਦਰ ਬਹੁਤ ਗੂੜੀ ਪ੍ਰੀਤ ਹੈ। ਗੂੜੀ ਪ੍ਰੀਤ ਤੇ ਤਦ ਪਤਾ ਲੱਗੇਗਾ ਜੇ ਗੁਰੂ ਕਲਗੀਧਰ ਸਾਹਿਬ ਜੀ ਨਾਲ ਗੂੜੀ ਪ੍ਰੀਤ ਹੈ, ਗੁਰੂ ਦੀ ਕੌਮ ਵਾਸਤੇ ਕਿੰਨਾ ਕੁ ਟਾਈਮ ਕੱਢ ਰਿਹਾ, ਕੌਮ ਦੀ ਚੜ੍ਹਦੀ ਕਲਾ ਲਈ ਕਿੰਨਾ ਕੁ ਕੁਛ ਕਰ ਰਿਹਾ, ਆਪਣੇ ਕਾਰੋਬਾਰ ਲਈ ਕਿੰਨਾ ਕਰਦਾ ਹੈ, ਆਪਣੇ ਪਰਿਵਾਰ ਲਈ ਕਿੰਨਾ ਕਰ ਰਿਹਾ, ਆਪਣੇ ਬੱਚਿਆਂ ਲਈ ਕਿੰਨਾ ਕਰ ਰਿਹਾ, ਗੁਰੂ ਪੰਥ ਲਈ ਕਿੰਨਾ ਕਰ ਰਿਹਾ। ਆਖੋ ਵਾਹਿਗੁਰੂ। ਜਿਨ੍ਹਾਂ ਦੀ ਪ੍ਰੀਤ ਗੂੜੀ ਹੁੰਦੀ ਹੈ ਨਾ, ਮੇਲ ਲਏ ਪੂਰਨ ਵਡ ਭਾਗੀ। ਉਹਨਾਂ ਦੇ ਸੁਭਾਅ ਸੋਚ ਵਿੱਚ ਵੱਡੇ ਭਾਗ ਹੁੰਦੇ ਨੇ। ਉਹਨਾਂ ਨੂੰ ਵਾਹਿਗੁਰੂ ਜੀ ਮਿਲਾਪ ਕਰਵਾਉਂਦੇ ਨੇ। ਇਹ ਰਹਾਉ ਪਦਾ ਹੈ ਇਸ ਸ਼ਬਦ ਦਾ। ਉਹ ਪ੍ਰੀਤ ਐਸੀ ਹੈ, ਭਰਤਾ ਪੇਖ ਬਿਗਸੈ ਜਿਉ ਨਾਰੀ। ਜਿਵੇਂ ਪਤਨੀ ਜੇ ਪਤੀ ਨਾਲ ਗੂੜੀ ਪ੍ਰੀਤ ਕਰਦੀ ਹੈ ਨਾ, ਤੇ ਪਤੀ ਨੂੰ ਦੇਖ ਕੇ ਉਹਨੂੰ ਚਾਅ ਚੜ੍ਹ ਜਾਂਦਾ ਹੈ। ਤਿਉਂ ਹਰ ਜਨ ਜੀਵੈ ਨਾਮ ਚਿਤਾਰੀ। ਇੱਦਾਂ ਫਿਰ ਹਰੀ ਦੇ ਸੇਵਕ, ਹਰੀ ਦੇ ਉਪਦੇਸ਼, ਗਿਆਨ ਰੂਪੀ ਨਾਮ, ਗੁਰੂ ਦੀਆਂ ਸਿੱਖਿਆਵਾਂ ਉਹ ਚੇਤੇ ਵਿੱਚ ਰੱਖ ਕੇ ਉਹਨਾਂ ਨੂੰ ਚਾਅ ਚੜ੍ਹਦਾ ਹੈ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਉਣ ਦਾ। ਅਗਲੀ ਉਦਾਹਰਣ। ਪੂਤ ਪੇਖ ਜਿਉ ਜੀਵਤ ਮਾਤਾ। ਮਾਂ ਦੇ ਅੰਦਰ ਬੜੀ ਗੂੜੀ ਮਮਤਾ ਹੁੰਦੀ ਹੈ ਪੁੱਤਰ ਪ੍ਰਤੀ। ਜਿਵੇਂ ਆਪਣੇ ਪੁੱਤਰ ਨੂੰ ਦੇਖ ਦੇਖ ਕੇ ਜਿਉਂਦੀ ਹੈ ਨਾ, ਓਤ ਪੋਤ ਜਨ ਹਰ ਸਿਉ ਰਾਤਾ। ਇੱਦਾਂ ਰੱਬ ਦੇ ਸੇਵਕ ਦੇ ਅੰਦਰ ਰੱਬ ਲਈ ਆਪਾ ਵਾਰਨਾ, ਰੱਬੀ ਮਾਰਗ ਲਈ ਆਪਾ ਵਾਰਨਾ, ਗੁਰੂ ਦੇ ਮਾਰਗ ਲਈ ਆਪਾ ਵਾਰਨ ਦੀ ਇਤਨੀ ਗੂੜੀ ਪ੍ਰੀਤ ਹੁੰਦੀ ਹੈ। ਉਹ ਦੁੱਖਾਂ ਸੁੱਖਾਂ ਵਿੱਚੋਂ ਦੀ ਲੰਘ ਕੇ ਆਪਾ ਵਾਰਨ ਦੇ ਵਿੱਚ ਵੀ ਖੁਸ਼ ਹੁੰਦੇ ਨੇ। ਜਿਵੇਂ ਮਾਂ ਪੁੱਤਰ ਨੂੰ ਦੇਖ ਦੇਖ ਜਿਉਂਦੀ ਨਾ, ਇੱਦਾਂ ਵਾਹਿਗੁਰੂ ਜੀ ਨੂੰ ਅੰਗ ਸੰਗ ਸਮਝ ਕੇ ਆਤਮਿਕ ਜੀਵਨ ਜਿਉਂਦੇ ਨੇ। ਅਗਲੀ ਉਦਾਹਰਣ। ਲੋਭੀ ਆਨੰਦ ਕਰੇ ਪੇਖ ਧਨਾ। ਜਿਹੜਾ ਸਵਾਰਥੀ ਹੈ ਨਾ, ਲੋਭੀ ਹੈ, ਉਹਨੂੰ 4 ਪੈਸੇ ਮਿਲ ਜਾਣ ਬੜਾ ਖੁਸ਼ ਹੁੰਦਾ, ਭਾਵੇਂ ਗਲਤ ਤਰੀਕੇ ਨਾਲ ਹੀ ਹੋਣ, ਬੜਾ ਖੁਸ਼ ਹੁੰਦਾ ਹੈ। ਜਨ ਚਰਨ ਕਮਲ ਸਿਉ ਲਾਗੋ ਮਨਾ। ਇਸੇ ਤਰ੍ਹਾਂ ਜਿਹੜੇ ਰੱਬ ਦੇ ਸੇਵਕ ਨੇ, ਗੁਰੂ ਦੇ ਪਿਆਰੇ ਗੁਰਸਿੱਖ ਨੇ, ਉਹ ਗੁਰੂ ਦੇ ਉਪਦੇਸ਼ ਨੂੰ, ਰੱਬੀ ਗਿਆਨ ਨੂੰ ਚਰਨ ਕਮਲ ਸਮਝ ਕੇ ਇਹਨੂੰ ਮੰਨਦੇ ਨੇ, ਉਹਨਾਂ ਨੂੰ ਚਾਅ ਚੜ੍ਹ ਜਾਂਦਾ। ਨੋਟ ਕਰਿਓ, ਜਿਹੜਾ ਲੋਭੀ ਹੈ ਧਨ ਵੇਖ ਕੇ ਖੁਸ਼ ਹੁੰਦਾ,
ਉਹਨੂੰ ਧਨ ਦੀ ਪ੍ਰਾਪਤੀ ਨਹੀਂ ਹੁੰਦੀ, ਬੜਾ ਦੁਖੀ ਹੁੰਦਾ। ਪਰ ਜਿਹੜਾ ਪਰਉਪਕਾਰ ਦੇ ਰਸ ਵਿੱਚ ਗੁਰੂ ਦੇ ਮਾਰਗ 'ਤੇ ਤੁਰਨ ਦਾ, ਗੁਰੂ ਦੇ ਉਪਦੇਸ਼ ਮੰਨਣ ਦਾ ਚਾਉ ਹੈ, ਧਨ ਨਹੀਂ ਵੀ ਮਿਲਦਾ, ਇਹ ਚਾਉ ਉਸੇ ਤਰ੍ਹਾਂ ਬਣਿਆ ਰਹਿੰਦਾ ਹੈ, ਕਿਉਂਕਿ ਉਹਦਾ ਵਿਜ਼ਨ ਹੀ ਹੋ ਰਿਹਾ, ਆਖੋ ਵਾਹਿਗੁਰੂ, ਉਹਦਾ ਮਿਸ਼ਨ ਹੀ ਹੋ ਰਿਹਾ। ਪੋਤ ਪੋਤ ਵਾਹਿਗੁਰੂ ਬਿਸਰ ਨਹੀਂ ਇੱਕ ਤਿਲ ਦਾ ਤਾਰ, ਉਹਨਾਂ ਦੇ ਅੰਦਰ ਤਿਲ ਮਾਤਰ ਵੀ ਵਾਹਿਗੁਰੂ ਜੀ ਵਿਸਰਦੇ ਨਹੀਂ। ਵਾਹਿਗੁਰੂ ਜੀ ਨੂੰ ਰੱਬੀ ਮਾਰਗ ਲਈ ਆਪਾ ਵਾਰ ਕੇ ਜਿਉਣ ਵਾਲੇ, ਗੁਰੂ ਦੇ ਲਈ ਆਪਾ ਵਾਰ ਕੇ ਜਿਉਣ ਵਾਲਿਆਂ ਦੇ ਰੋਮ ਰੋਮ ਵਿੱਚ ਗੁਰੂ ਦੀ ਯਾਦ, ਵਾਹਿਗੁਰੂ ਜੀ ਦੀ ਯਾਦ ਹੁੰਦੀ ਹੈ। ਨਾਨਕ ਕੇ ਪ੍ਰਭ ਪ੍ਰਾਨ ਆਧਾਰ, ਫਿਰ ਉਹਨਾਂ ਨੂੰ ਪਤਾ ਹੈ ਵਾਹਿਗੁਰੂ ਜੀ ਦੀ ਯਾਦ ਆਤਮਿਕ ਜੀਵਨ ਵਾਸਤੇ ਇਹ ਇੱਦਾਂ ਪ੍ਰਾਣ ਨੇ ਜਿਵੇਂ ਸਰੀਰ ਵਾਸਤੇ ਸਵਾਸ ਨੇ। ਸਵਾਸਾਂ ਤੋਂ ਬਿਨਾਂ ਸਰੀਰ ਮਰ ਜਾਂਦਾ ਹੈ। ਵਾਹਿਗੁਰੂ ਜੀ ਦੀ ਯਾਦ, ਵਾਹਿਗੁਰੂ ਜੀ ਦੀ ਭੈ ਭਾਵਨੀ, ਵਾਹਿਗੁਰੂ ਜੀ ਦੇ ਗੁਣ, ਵਾਹਿਗੁਰੂ ਜੀ ਦੇ ਰੱਬੀ ਉਪਦੇਸ਼, ਗੁਰੂ ਉਪਦੇਸ਼, ਇਹਦੇ ਤੋਂ ਬਿਨਾਂ ਆਤਮਿਕ ਜੀਵਨ ਮਰ ਜਾਂਦਾ ਹੈ। ਜਿਵੇਂ ਸਰੀਰ ਨੂੰ ਸਵਾਸਾਂ ਦਾ ਆਧਾਰ ਆਸਰਾ ਹੈ ਨਾ, ਇੱਦਾਂ ਵਾਹਿਗੁਰੂ ਜੀ ਦੀ ਯਾਦ, ਵਾਹਿਗੁਰੂ ਜੀ ਦੇ ਉਪਦੇਸ਼, ਵਾਹਿਗੁਰੂ ਜੀ ਦੀ ਭੈ ਭਾਵਨੀ, ਸ਼ੁਕਰਾਨਾ ਆਤਮਿਕ ਜੀਵਨ ਦਾ ਉਟਾ ਆਸਰਾ, ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ 163ਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 94ਵਾਂ ਸ਼ਬਦ ਹੈ। ਰਾਮ ਰਸਾਇਣ ਜੋ ਜਨ ਗੀਧੇ, ਰੱਬ ਦੇ ਪਿਆਰ ਦਾ ਇੱਕ ਰਸ ਹੈ, ਆਖੋ ਵਾਹਿਗੁਰੂ। ਰੱਬ ਦੇ ਭੈ ਵਿੱਚ ਜਿਉਣ ਦਾ ਵੀ ਇੱਕ ਵੱਖਰਾ ਹੀ ਰਸ ਹੈ। ਇਹਨੂੰ ਦੁਨਿਆਵੀ ਉਦਾਹਰਨ ਦੇਵਾਂ, ਜਿਹੜਾ ਡਰਾਈਵਰ ਹਰ ਵੇਲੇ ਇਸ ਭੈ ਵਿੱਚ ਜਿਉਂਦਾ ਹੈ ਕਿ ਜੇ ਪੁਲਿਸ ਨੇ ਦੇਖ ਲਿਆ ਮੈਨੂੰ ਟਿਕਟ ਮਿਲੇਗੀ, ਉਹਦੇ ਵਿੱਚ ਜਿਉਣ ਦਾ ਇੱਕ ਰਸ ਹੈ, ਕਿਉਂਕਿ ਗੁੱਡ ਡਰਾਈਵਰ ਕਹਾਉਂਦਾ, ਆਖੋ ਵਾਹਿਗੁਰੂ। ਇੱਦਾਂ ਗੁਰੂ ਦੇ ਉਪਦੇਸ਼ ਮੰਨਣ ਦਾ, ਰੱਬੀ ਮਾਰਗ ਲਈ ਆਪਾ ਵਾਰਨ ਦਾ, ਰੱਬ ਦੀ ਭੈ ਭਾਵਨੀ ਵਿੱਚ ਜਿਉਣ ਦਾ ਇੱਕ ਰਸ ਹੈ। ਇਹਨੂੰ ਰਾਮ ਰਸਾਇਣ ਕਹਿੰਦੇ ਨੇ। ਜਿਹੜੇ ਸੇਵਕ ਇਸ ਰਸ ਵਿੱਚ ਮਸਤ ਰਹਿੰਦੇ ਨੇ, ਗਿੱਝੇ ਰਹਿੰਦੇ ਨੇ, ਮਸਤ ਹੁੰਦੇ ਨੇ, ਆਦਤ ਬਣ ਗਈ, ਰੂਟੀਨ ਬਣ ਗਿਆ। ਚਰਨ ਕਮਲ ਪ੍ਰੇਮ ਭਗਤੀ ਵੀ ਦੇ ਰਹਾਓ, ਸੈਂਟਰਲ ਆਈਡੀਆ। ਉਹਨਾਂ ਨੂੰ ਪ੍ਰੇਮ ਭਗਤੀ ਆ ਗਈ। ਕਿਹੜੀ ਪ੍ਰੇਮ ਭਗਤੀ? ਚਰਨ ਕਮਲਾਂ ਨਾਲ ਪ੍ਰੇਮ। ਚਰਨ ਕਮਲ ਰੱਬੀ ਉਪਦੇਸ਼, ਗੁਰੂ ਦੇ ਉਪਦੇਸ਼ ਮੰਨਣ ਦਾ ਜੋ ਪ੍ਰੇਮ ਹੈ, ਇਹ ਭਗਤੀ ਵਿੱਚ ਆ ਜਾਂਦੀ ਹੈ। ਵਿਝੇ ਹੋਏ ਮਸਤ ਹੁੰਦੇ ਨੇ, ਪਿੱਛੇ ਹੁੰਦੇ ਨੇ ਇਸ ਵਿੱਚ। ਉਹਨਾਂ ਦੀਆਂ ਨਜ਼ਰਾਂ 'ਚ ਆਨ ਰਸਾਦੀ ਸੈਂ ਸਭ ਛਾਰ। ਇਸ ਰਸ ਤੋਂ ਬਿਨਾਂ ਬਾਕੀ ਜਿਹੜੇ ਰਸ ਨੇ ਨਾ, ਉਹ ਸਵਾਹ ਹੈ, ਮਿੱਟੀ ਹੈ, ਯਾਨੀ ਤੁੱਛ ਨੇ, ਇਹਦੇ ਮੁਕਾਬਲੇ 'ਚ ਕੁਛ ਵੀ ਨਹੀਂ। ਨਾਮ ਬਿਨਾਂ ਨੇ ਫਲ ਸੰਸਾਰ, ਗਿਆਨ ਰੂਪੀ ਨਾਮ, ਗੁਰੂ ਦੇ ਉਪਦੇਸ਼ ਮੰਨਣ ਤੋਂ ਬਿਨਾਂ ਸੰਸਾਰ ਵਿੱਚ ਜਿਉਣਾ ਨੇ ਫਲ, ਆਖੋ ਵਾਹਿਗੁਰੂ। ਅੰਧਕੂਪ ਤੇ ਕੱਢੇ ਆਪ, ਜੋ ਗੁਰੂ ਦੇ ਉਪਦੇਸ਼ ਨੂੰ ਮੰਨਦੇ ਨਹੀਂ, ਗੁਰੂ ਦੇ ਉਪਦੇਸ਼ ਦੇ ਉਲਟ ਜਿਉਂਦੇ ਨੇ। ਜਿਹੜੀ ਸੋਚ, ਜਿਹੜਾ ਸੁਭਾਅ ਗੁਰੂ ਦੇ ਉਪਦੇਸ਼ਾਂ ਦੇ ਉਲਟ ਹੈ, ਉਹ ਅਗਿਆਨਤਾ ਦੇ ਨਾ ਸਮਝੀ ਦੇ ਖੂਹ ਵਿੱਚ ਡੁੱਬੇ ਹੋਏ ਨੇ। ਅੰਧਕੂਪ ਜਿਹੜੇ ਨਿੰਦਾ ਦਾ ਰਸ ਮਾਣਦੇ ਨੇ, ਔਰ ਗੁਰੂ ਦਾ ਉਪਦੇਸ਼ ਨਿੰਦਾ ਤੋਂ ਹਟਾਉਂਦਾ ਹੈ, ਫਿਰ ਵੀ ਮਾਣੀ ਜਾਂਦੇ ਨੇ, ਛੱਡ ਹੀ ਨਹੀਂ ਰਹੇ। ਉਹ ਨਾ ਸਮਝੀ ਦੇ ਖੂਹ ਵਿੱਚ ਡੁੱਬੇ ਹੋਏ ਨੇ, ਆਖੋ ਵਾਹਿਗੁਰੂ। ਨਫ਼ਰਤ ਤੋਂ ਗੁਰੂ ਨੇ ਹਟਾਇਆ ਹੈ, ਜੋ ਨਫ਼ਰਤ ਦੇ ਵਿੱਚ ਡੁੱਬੇ ਰਹਿੰਦੇ ਨੇ। ਲੋਭ ਲਾਲਚ ਹੰਕਾਰ ਤੋਂ ਗੁਰੂ ਨੇ ਬਚਾਇਆ ਹੈ, ਜਿਹੜੇ ਲੋਭ ਲਾਲਚ ਵਿੱਚ ਡੁੱਬੇ ਰਹਿੰਦੇ ਨੇ, ਨਾ ਸਮਝੀ ਦੇ ਅਗਿਆਨਤਾ ਦੇ ਖੂਹ ਵਿੱਚ ਡੁੱਬੇ ਹੋਏ ਨੇ। ਗੁਣ ਗੋਬਿੰਦ ਅਚਰਜ ਪ੍ਰਤਾਪ, ਪਰ ਜਿਨ੍ਹਾਂ ਨੂੰ ਉਸ ਖੂਹ ਵਿੱਚੋਂ ਵਾਹਿਗੁਰੂ ਜੀ ਆਪ ਕੱਢਦੇ ਨੇ। ਅੰਧਕੂਪ ਤੇ ਕਾਢੇ ਆਪ, ਕਿਵੇਂ ਕੱਢਿਆ? ਗੁਣਾਂ ਦੇ ਨਾਲ। ਗੁਣ ਦਿੱਤੇ ਨੇ। ਕਿਵੇਂ ਦਿੱਤੇ ਨੇ? ਉਪਦੇਸ਼ ਰਾਹੀਂ ਦਿੱਤੇ ਨੇ। ਉਪਦੇਸ਼ ਤੇ ਗੁਣ ਚਰਨ ਕਮਲ ਨੇ। ਰੱਬ ਦੇ ਉਪਦੇਸ਼, ਗੋਬਿੰਦ ਦੇ ਉਪਦੇਸ਼ ਜਿਹੜੇ ਨੇ, ਉਹਦਾ ਇੱਕ ਪ੍ਰਤਾਪ ਹੈ, ਇੱਕ ਪ੍ਰਭਾਵ ਹੈ, ਪਰ ਪੈਂਦਾ ਉਹਦੇ ਤੇ ਹੈ ਜਿਹੜਾ ਮੰਨਣ ਦੀ ਭਾਵਨਾ ਵਿੱਚ ਆਉਂਦਾ, ਆਖੋ ਵਾਹਿਗੁਰੂ। ਜਿਹੜਾ ਮੰਨਣ ਦੀ ਭਾਵਨਾ ਵਿੱਚ ਨਹੀਂ, ਉਹਦੇ ਤੇ ਉਪਦੇਸ਼ ਦਾ ਪ੍ਰਤਾਪ ਨਹੀਂ ਬਣਦਾ। ਫਿਰ ਗੁਣਾਂ ਦਾ ਵੀ ਇੱਕ ਪ੍ਰਤਾਪ ਹੈ, ਜਿਹੜੇ ਗੁਣਾਂ ਲਈ ਆਪਾ ਵਾਰਦੇ ਨੇ, ਗੁਣਾਂ ਲਈ ਪਰਉਪਕਾਰ ਕਰਦੇ ਨੇ, ਉਹਦਾ ਵੀ ਇੱਕ ਪ੍ਰਤਾਪ ਹੈ, ਪ੍ਰਭਾਵ ਹੈ। ਇਹ ਅਚਰਜ ਹੈ, ਕਮਾਲ ਹੈ, ਆਖੋ ਵਾਹਿਗੁਰੂ। ਜਿੰਨਾ ਇਸ ਨੂੰ ਮਾਣ ਕੇ ਦੇਖੋਗੇ,
उतनी सोझी आ जाएगी। कमाल ही कमाल है। वाण तृण त्रिभवन पूਰਨ ਗੋਪਾਲ, ਜਿਹੜੇ ਗੁਰੂ ਦੇ ਮਾਰਗ ਤੇ ਤੁਰਦੇ ਨੇ, ਰੱਬੀ ਮਾਰਗ ਤੇ ਤੁਰਦੇ ਨੇ, ਆਪਾ ਵਾਰਦੇ ਨੇ, ਉਹਨਾਂ ਨੂੰ ਮਹਿਸੂਸ ਹੁੰਦਾ ਹੈ ਬਾਣ ਤ੍ਰਿਣ ਤ੍ਰਿਭਵਨ। ਇਹ ਗੱਲਾਂ ਯਾਦ ਰੱਖਿਓ। ਜਿਵੇਂ ਜਲ ਥਲ ਮਹੀਲ 3 ਸ਼ਬਦ ਵਰਤੇ ਨੇ, ਇੱਥੇ ਬਾਣ ਤ੍ਰਿਣ ਤ੍ਰਿਭਵਨ ਵਰਤੇ ਨੇ, ਤੇ ਇਹਦੇ ਅਰਥ ਹੈ ਹਰ ਥਾਂ ਤੇ। ਕੋਈ ਐਸੀ ਜਗ੍ਹਾ ਹੀ ਨਹੀਂ ਜਿੱਥੇ ਵਾਹਿਗੁਰੂ ਜੀ ਨਹੀਂ ਹੈ। ਹਰ ਵਰਤਾਰੇ ਵਿੱਚ, ਸਭ ਕੁਝ ਵਿੱਚ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਬੈਠੇ ਨੇ, ਔਰ ਉਸ ਸੱਚੇ ਗਿਆਨ ਦੇ ਦੀਦਾਰ ਕਰਦੇ ਨੇ, ਸਿੱਖਦੇ ਨੇ, ਮਾਣਦੇ ਨੇ। ਵਾਹਿਗੁਰੂ ਜੀ ਨੂੰ ਹਰ ਥਾਂ ਤੇ ਮਹਿਸੂਸ ਕਰਦੇ ਨੇ। ਬ੍ਰਹਮ ਪਸਾਰ ਜੀ ਸੰਗ ਦਇਆਲ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਵਾਹਿਗੁਰੂ ਜੀ ਹਰ ਥਾਂ ਤੇ ਹਰ ਜੀਵ ਦੇ ਨਾਲ ਪਸਰੇ ਹੋਏ ਨੇ, ਦਇਆਲੂ ਨੇ, ਦਇਆ ਕਰ ਰਹੇ ਨੇ, ਹਰ ਥਾਂ ਤੇ ਵਸੇ ਹੋਏ ਨੇ। ਐਸਾ ਕੋਈ ਜੀਵ ਹੀ ਨਹੀਂ ਹੈ ਜਿਹਦੇ 'ਚ ਵਾਹਿਗੁਰੂ ਦੀ ਜੋਤ ਨਹੀਂ। ਐਸਾ ਕੋਈ ਵਰਤਾਰਾ ਨਹੀਂ ਹੈ ਜਿੱਥੇ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਵਸੇ ਹੋਏ ਨਹੀਂ ਹੈ। ਕਹੋ ਨਾਨਕ ਸਾ ਕਥਨੀ ਸਾਰ, ਨਾਨਕ ਜੀ ਕਹੋ। ਗੁਰੂ ਅਰਜਨ ਦੇਵ ਸਾਹਿਬ ਜੀ ਨਾਨਕ ਸ਼ਬਦ ਕਰਕੇ ਕਹਿੰਦੇ ਨੇ ਵੀ ਇਹਦੀ ਕੰਪਲੀਟ ਵਿਆਖਿਆ ਨਹੀਂ ਹੋ ਸਕਦੀ, ਫਾਈਨਲ ਵਰਜ਼ਨ ਨਹੀਂ ਹੋ ਸਕਦਾ। ਕਥਨੀ ਸਾਰ ਬੜੀ ਔਖੀ ਹੈ, ਕਿਉਂਕਿ ਜਿੰਨਾ ਕੋਈ ਜਿਉਏਗਾ, ਜਿਸ ਨਜ਼ਰੀਏ ਨਾਲ ਜਿਤਨਾ ਮਾਣੇਗਾ, ਉਤਨੀ ਕੁ ਸਮਝ ਲੱਗ ਜਾਏਗੀ। ਉਹ ਬੇਅੰਤ ਹੈ। ਇਸ ਲਈ ਕਦੀ ਵੀ ਇਹ ਮਾਣ ਨਹੀਂ ਕਰਨਾ ਚਾਹੀਦਾ ਕਿ ਮੈਂ ਜਿੱਥੋਂ ਸਿੱਖਿਆ ਉਹ ਫਾਈਨਲ ਵਰਜ਼ਨ ਹੈ, ਮੈਨੂੰ ਜੋ ਸਮਝ ਆਈ ਹੈ ਫਾਈਨਲ ਵਰਜ਼ਨ ਹੈ, ਜੋ ਸਾਡੀ ਸੰਸਥਾ ਕਹਿ ਰਹੀ ਹੈ ਫਾਈਨਲ ਵਰਜ਼ਨ ਹੈ। ਨਾ ਨਾ, ਗੁਰੂ ਪਾਤਸ਼ਾਹ ਖੁਦ ਕਹਿ ਰਹੇ ਨੇ ਕਥਨੀ ਸਾਰ। ਕਥਨ ਕਰਨੀ ਔਖੀ ਹੈ ਪਿਆਰਿਓ। ਇਹ ਕਥਨੀ ਦਾ ਸਾਰ ਅਸਲੀ ਕੀ ਹੈ? ਮਾਨ ਲੇਤ ਜਿਸ ਸਿਰਜਣਹਾਰ, ਜਿਸ ਨੇ ਮੰਨ ਕੇ ਸਿਰਜਣਹਾਰ ਵਾਹਿਗੁਰੂ ਜੀ ਤੋਂ ਮਾਨ ਪ੍ਰਾਪਤ ਕਰ ਲਿਆ, ਬਖਸ਼ਿਸ਼ ਪ੍ਰਾਪਤ ਕਰ ਲਈ, ਬਖਸ਼ਿਸ਼ ਲੈ ਲਈ, ਉਹ ਸਾਰ ਹੈ। ਅਸਲੀ ਤੱਤ ਇਹ ਹੈ। ਬਾਕੀ ਵਿਆਖਿਆ ਪ੍ਰੇਰਣਾ ਹੈ, ਵਿਆਖਿਆ ਉਤਸ਼ਾਹਿਤ ਕਰਨ ਵਾਸਤੇ ਹੈ, ਵਿਆਖਿਆ ਜੋੜਨ ਵਾਸਤੇ ਹੈ, ਵਿਆਖਿਆ ਮਨੁੱਖ ਨੂੰ ਤੁਰਨ ਵਾਸਤੇ, ਪ੍ਰੇਰਣਾ ਦੇਣ ਵਾਸਤੇ ਹੈ। ਉਹ ਫਾਈਨਲ ਨੌਲੇਜ ਨਹੀਂ ਹੈ, ਆਖਰੀ ਸੱਚ ਨਹੀਂ ਹੈ, ਫਾਈਨਲ ਵਰਜ਼ਨ ਨਹੀਂ ਹੈ। ਅਸਲੀ ਤੱਤ ਹੈ, ਅਸਲੀ ਇਹਦਾ ਸਾਰ ਹੈ ਬਖਸ਼ਿਸ਼ ਲੈ ਲੈਣੀ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ 164ਵਾਂ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 95ਵਾਂ ਸ਼ਬਦ। ਨਿਤ ਪ੍ਰਤ ਨਹਾਵਣ ਰਾਮ ਸਰ ਕੀਜੈ, ਗੁਰੂ ਦੇ ਉਪਦੇਸ਼ ਸੱਚਾ ਗਿਆਨ ਹੈ, ਇਹਨੂੰ ਸੁਣਨਾ, ਮੰਨਣਾ, ਜੀਵਨ 'ਚ ਪ੍ਰੈਕਟੀਕਲ ਜਿਉਣਾ ਇਸ਼ਨਾਨ ਹੈ। ਆਖੋ ਵਾਹਿਗੁਰੂ। ਇਹ ਰਾਮਸਰ ਸਰੋਵਰ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ, ਧੰਨ ਗੁਰੂ ਅਰਜਨ ਦੇਵ, ਗੁਰੂ ਅਮਰਦਾਸ ਸਾਹਿਬ ਜੀ ਨੇ, 3 ਗੁਰੂ ਸਾਹਿਬਾਨਾਂ ਨੇ ਸਾਡੇ ਸਾਹਮਣੇ ਇੱਕ ਅੱਖਾਂ ਨਾਲ ਦਿਖਾਈ ਦੇਣ ਵਾਲਾ ਮਾਡਲ ਰੱਖ ਦਿੱਤਾ। ਸ੍ਰੀ ਦਰਬਾਰ ਸਾਹਿਬ ਮਾਡਲ ਹੈ, ਉਹ ਤੋਂ ਸਿੱਖਣਾ ਹੈ। ਚਾਰ ਸਪੇਰੇ ਪਾਣੀ ਹੀ ਪਾਣੀ ਹੈ। ਪਾਣੀ ਨਿਰਮਲ ਵੀ ਹੈ, ਤੇ ਪਾਣੀ ਉਹ ਹੈ ਜਿੱਥੇ ਬਾਣੀ ਦੀਆਂ ਲਹਿਰਾਂ ਚੱਲ ਰਹੀਆਂ ਨੇ। ਉਹਦੇ ਅੰਦਰ ਇੱਕ ਘਰ ਹੈ, ਵਾਹਿਗੁਰੂ ਜੀ ਦਾ ਘਰ। ਉਹ ਹਰੀ ਦਾ ਮੰਦਰ ਹੈ, ਉਹ ਮੇਰੇ ਗੁਰੂ ਦਾ ਦਰਬਾਰ ਹੈ, ਸ੍ਰੀ ਦਰਬਾਰ ਸਾਹਿਬ ਹੈ, ਉਹ ਸੱਚਖੰਡ ਹੈ। ਉਸ ਤੋਂ ਸਿੱਖ ਗੁਰੂ ਦੀ ਬਾਣੀ ਦੇ ਉਪਦੇਸ਼, ਗਿਆਨ ਦਾ ਸਰੋਵਰ ਹੈ। ਇਹ ਰਾਮ ਦਾ ਸਰ ਹੈ, ਰਾਮ ਦਾ ਸਰੋਵਰ ਹੈ, ਰੱਬੀ ਸਰੋਵਰ ਹੈ। ਇਸ ਨੂੰ ਸੁਣਨਾ, ਮੰਨਣਾ, ਜ਼ਿੰਦਗੀ ਜਿਉਣਾ ਇਸ਼ਨਾਨ ਹੈ, ਨਹਾਵਣ ਹੈ। ਕਦੋਂ? ਨਿਤ ਪ੍ਰਤ, ਹਰ ਵੇਲੇ। ਪਾਣੀ ਵਿੱਚ ਹਰ ਵੇਲੇ ਨਹੀਂ ਰਹਿ ਸਕੇਗਾ ਕੋਈ। ਪਾਣੀ 'ਚ ਹਰ ਵੇਲੇ ਰਹੇਗਾ ਤੇ ਚਮੜੀ ਗਲ ਜਾਏਗੀ। ਕਿਤੇ ਹਰ ਵੇਲੇ ਇਸ ਗਿਆਨ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ, ਗੁਰੂ ਦੇ ਉਪਦੇਸ਼ ਰੂਪੀ ਸਰੋਵਰ ਵਿੱਚ। ਇਹਦਾ ਇੱਕ ਤੈਨੂੰ ਰਸ ਆਏਗਾ। ਝੋਲ ਮਹਾਰਸ ਹਰ ਅੰਮ੍ਰਿਤ ਪੀ ਜਾਏ ਰਹਾਓ, ਸੈਂਟਰਲ ਆਈਡੀਆ ਰਹਾਓ। ਝੋਲ ਮਹਾਰਸ, ਝੋਲ ਹੁੰਦਾ ਕੋਈ ਜੂਸ ਵਗੈਰਾ ਨਾ, ਅਸੀਂ ਘੋਲ ਕੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਪੀਂਦੇ ਹਾਂ ਤਾਂ ਕਿ ਪੂਰਾ ਰਸ ਆ ਜਾਵੇ। ਇਹਨੂੰ ਜ਼ਿੰਦਗੀ ਦੇ ਹਰ ਹਾਲਾਤ ਵਿੱਚ ਪਿਆਰਿਆ ਪੀਂਦਾ ਰਹਿ। ਇਸ ਰਸ ਨੂੰ ਮਾਣ। ਆਪਾਂ ਵਾਰਨਾ ਇਸ ਮਾਰਗ ਲਈ। ਨਿਰਮਲ ਉਦਕ ਗੋਬਿੰਦ ਕਾ ਨਾਮ, ਇਹ ਨਿਰਮਲ ਜਲ ਹੈ, ਵਾਹਿਗੁਰੂ ਜੀ ਦਾ ਗਿਆਨ ਰੂਪੀ ਨਾਮ। ਮੱਜਨ ਕਰਤ ਪੂਰਨ ਸਭ ਕਾਮ,
ਇਹਨੂੰ ਸੁਣਨਾ, ਮੰਨਣਾ, ਇਸ਼ਨਾਨ ਕਰਨਾ ਹੈ। ਇਹਦੇ ਨਾਲ ਜੀਵਨ ਸਫਲ ਹੋਣ ਦੇ ਕਾਰਜ ਪੂਰੇ ਹੋਣੇ ਨੇ। ਹੁਣ ਸੋਚ ਕੇ ਦੇਖਿਓ, ਇੱਕ ਪਾਸੇ ਗੁਰੂ ਸਾਹਿਬ ਸਾਨੂੰ ਆਹ ਗੱਲਾਂ ਕਹਿ ਰਹੇ ਨੇ ਕਿ ਜੇ ਕੋਈ ਕਹਿ ਰਿਹਾ ਤੂੰ ਬਾਣੀ ਪੜ੍ਹਦਿਆਂ ਪਾਣੀ ਰੱਖੀ, ਪਾਣੀ ਦਾ ਛਿੱਟਾ ਦੇ ਦੀ, ਇਹ ਗੱਲ ਗੁਰੂ ਦੇ ਨਜ਼ਰੀਏ ਨਾਲ ਮੇਲ ਨਹੀਂ ਖਾ ਰਹੀ। ਸੁਚੇਤ ਹੋ ਜਾਓ, ਆਪ ਬਾਣੀ ਪੜ੍ਹੋ, ਆਪ ਬਾਣੀ ਨੂੰ ਸਮਝੋ। ਬਾਣੀ ਨੂੰ ਸਮਝੋਗੇ, ਭੁਲੇਖੇ ਨਿਕਲ ਜਾਣਗੇ। ਗੁਰਬਾਣੀ ਵਿੱਚੋਂ ਗੁਰੂ ਦਾ ਨਜ਼ਰੀਆ ਪਤਾ ਲੱਗੇਗਾ। ਇਹ ਨਿਰਮਲ ਜਲ ਹੈ, ਇਹਨੂੰ ਸੁਣਨਾ, ਮੰਨਣਾ, ਪ੍ਰੈਕਟੀਕਲ ਜਿਉਣਾ, ਇਸ਼ਨਾਨ ਹੈ, ਮਜਨ ਕਰਤ ਪੂਰਨ ਸਭ ਕਾਮ, ਜੀਵਨ ਸਫਲ ਕਰਨ ਦੇ, ਗੁਰੂ ਦਾ ਸੇਵਕ ਬਣ ਕੇ ਆਪਾ ਵਾਰਨ ਲਈ, ਪਰਉਪਕਾਰ ਤੇ ਮਾਰਗ ਦੇ ਤੁਰਨ ਲਈ ਜਿੰਨੇ ਕਾਰਜ ਨੇ ਸਫਲ ਹੋ ਜਾਣਗੇ। ਆਖੋ ਵਾਹਿਗੁਰੂ। ਸਤ ਸੰਗ ਤਹ ਗੋਸ਼ਟ ਹੋਏ, ਸੰਤ ਸੰਗ, ਸੰਤ ਸੰਗ ਤਹ ਗੋਸ਼ਟ ਹੋਏ। ਦੁਬਾਰੇ ਪੜ੍ਹ ਲਈਏ ਜੀ। ਸੰਤ ਸੰਗ ਤਹ ਗੋਸ਼ਟ ਹੋਏ। ਸੰਤ ਸੰਗ ਗੁਰੂ ਦਾ ਸੰਗ। ਗੁਰੂ ਦਾ ਸੰਗ ਕੀ ਹੈ? ਜਿੱਥੇ ਗੋਸ਼ਟੀ ਹੁੰਦੀ ਹੈ, ਵਿਚਾਰ ਹੁੰਦੀ ਹੈ, ਰੱਬੀ ਗਿਆਨ ਦੀ, ਰੱਬ ਦੇ ਉਪਦੇਸ਼ ਦੀ। ਉਸ ਨੂੰ ਸੁਣਨਾ, ਸਮਝਣਾ, ਸਿੱਖਣਾ ਤੇ ਮੰਨਣਾ। ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਹੈ, ਮਾਡਰਨ ਯੁੱਗ ਹੈ। ਨਿਤਾ ਪ੍ਰਤੀ ਗੁਰੂ ਕਾ ਖਜ਼ਾਨਾ ਲੈ ਕੇ ਇਸ ਵੀਡੀਓ ਰਾਹੀਂ ਤੁਹਾਡੇ ਘਰ ਪਹੁੰਚਦਾ। ਸੀਸ ਝੁਕਦਾ ਤੁਹਾਡੇ ਅੱਗੇ, ਤੁਹਾਡਾ ਪਰਿਵਾਰ, ਤੁਹਾਡੇ ਬੱਚੇ ਲਾਹਾ ਲੈ ਰਹੇ ਨੇ। ਸੀਸ ਝੁਕਦਾ। ਇਹ ਗੁਰੂ ਦਾ ਸੰਗ ਹੈ। ਜਦੋਂ ਤੁਸੀਂ ਇਹ ਜੋ ਵੀਡੀਓ ਰਾਹੀਂ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ, ਕੌਮੀ ਸੇਵਾ ਵਾਸਤੇ, ਪੰਥਕ ਸੇਵਾ ਵਾਸਤੇ, ਤੁਸੀਂ ਆਵਾਜ਼ ਨੂੰ ਸੁਣਦੇ ਹੋ ਤਾਂ ਮੇਰਾ ਸੰਗ ਨਹੀਂ ਕਰ ਰਹੇ, ਗੁਰੂ ਦੀ ਵਿਚਾਰ ਹੈ, ਗੁਰੂ ਦਾ ਸੰਗ ਹੈ। ਇਹ ਗੁਰੂ ਦੇ ਸੰਗ ਵਿੱਚ ਜੋ ਵਿਚਾਰਾਂ ਹੋ ਰਹੀਆਂ ਨੇ, ਇਹ ਗੋਸ਼ਟੀ ਹੈ। ਕਿਸ ਚੀਜ਼ ਦੀ ਗੋਸ਼ਟੀ ਹੈ? ਡਿਸਕਸ਼ਨ ਹੈ। ਕਿਸ ਚੀਜ਼ ਦੀ? ਗੁਰੂ ਦੇ ਉਪਦੇਸ਼ਾਂ ਦੀ। ਗੁਰੂ ਦੇ ਉਪਦੇਸ਼ ਰੱਬੀ ਗਿਆਨ ਹੈ, ਗਿਆਨ ਰੂਪੀ ਨਾਮ ਹੈ। ਇਹ ਰੱਬੀ ਮਾਰਗ ਦੀ ਵਿਚਾਰ ਚਰਚਾ ਹੋ ਰਹੀ ਹੈ। ਤੁਸੀਂ ਸੁਣ ਰਹੇ ਹੋ, ਤੁਹਾਨੂੰ ਸਮਝ ਆ ਰਹੀ ਹੈ। ਜਿੰਨੀ ਜਿੰਨੀ ਸਮਝ ਆ ਰਹੀ ਹੈ, ਚੰਗਾ ਲੱਗ ਰਿਹਾ ਹੈ। ਚੰਗਾ ਲੱਗ ਰਿਹਾ, ਮੰਨਣ ਦੀ ਭਾਵਨਾ ਆ ਰਹੀ ਹੈ। ਸੁਣਨਾ, ਮੰਨਣਾ, ਇਸ਼ਨਾਨ ਹੋ ਰਿਹਾ। ਆਖੋ ਵਾਹਿਗੁਰੂ। ਕੋਟ ਜਨਮ ਕੇ ਕਿਲ ਵਿਖ ਗਏ, ਜਿੰਨੇ ਵਾਰੀ ਵੀ ਨਿੰਦਾ ਕਰਨ ਦਾ ਜਨਮ ਹੋਇਆ, ਨਿੰਦਾ ਕਰਨ ਦੀ ਭਾਵਨਾ, ਨਿੰਦਾ ਸੁਣਨ ਦੀ ਭਾਵਨਾ, ਸਵਾਰਥ, ਹੰਕਾਰ, ਕ੍ਰੋਧ, ਜਿੰਨੇ ਵਾਰੀ ਜਨਮ ਹੋਇਆ, ਅੰਦਰ ਸੰਸਕਾਰ, ਅੰਦਰ ਵਿਚਾਰ, ਅੰਦਰ ਸੋਚ, ਆਦਤ, ਇਹ ਜ਼ਹਿਰ ਇਕੱਠੀ ਹੋ ਗਈ। ਆਖੋ ਵਾਹਿਗੁਰੂ। ਜਿਉਂ ਜਿਉਂ ਸੁਣਾਂਗੇ, ਮੰਨਾਂਗੇ, ਉਹ ਜ਼ਹਿਰ ਖੋਏ ਖਤਮ ਹੋ ਜਾਏਗੀ। ਆਖੋ ਵਾਹਿਗੁਰੂ। ਕੋਟ ਜਨਮ ਕੇ ਕਿਲ ਵਿਖ ਹੋਏ, ਸਿਮਰਹਿ ਸਾਧ ਕਰੈ ਆਨੰਦ। ਗੁਰੂ ਨੂੰ ਯਾਦ ਕਰ ਕਰਕੇ ਸਿਮਰਹਿ, ਗੁਰੂ ਦੇ ਉਪਦੇਸ਼ਾਂ ਨੂੰ ਯਾਦ ਕਰ ਕਰਕੇ ਜ਼ਿੰਦਗੀ ਜਿਉਵਾਂਗੇ, ਬੜਾ ਆਨੰਦ ਆਉਂਦਾ। ਆਖੋ ਜਿਹੜੇ ਗੁਰੂ ਦੇ ਉਪਦੇਸ਼ ਨੂੰ ਯਾਦ ਕਰਦੇ ਨੇ। ਗੁਰੂ ਨੂੰ ਯਾਦ ਕਰਨਾ ਕੀ ਹੈ? ਗੁਰੂ ਦੇ ਉਪਦੇਸ਼ ਨੂੰ ਯਾਦ ਕਰਨਾ, ਬੜਾ ਆਨੰਦ ਬਣਦਾ ਹੈ। ਮਨ ਤਨ ਰਵਿਆ ਪਰਮ ਆਨੰਦ। ਇੱਥੇ ਯਾਦ ਕਰਨਾ ਪਰਿਵਾਰਕ ਜੀਵਨ 'ਚੋਂ ਦੇਖਿਓ ਤੁਸੀਂ। ਇੱਕ ਘਰ ਦੇ ਵਿੱਚ ਉਹ ਸੱਸ ਸਹੁਰਾ ਨੇ ਜਿਹੜੇ ਆਪਣੀ ਨੂੰਹ ਨੂੰ ਧੀ ਵਾਂਗੂ ਸਮਝਦੇ ਨੇ, ਕਦਰ ਕਰਦੇ ਨੇ, ਉਹਦੀਆਂ ਭਾਵਨਾਵਾਂ ਸਤਿਕਾਰ ਕਰਦੇ ਨੇ। ਉਹ ਧੀ ਦੀਆਂ ਗੱਲਾਂ ਕਰਦੇ ਨੇ, ਨੂੰਹ ਦੀਆਂ ਗੱਲਾਂ ਕਰਦੇ ਨੇ, ਨੂੰਹ ਨੂੰ ਯਾਦ ਕਰਦੇ ਨੇ। ਇੱਕ ਸੱਸ ਸਹੁਰੇ ਨੇ ਨੂੰਹ ਦੀ ਕਦਰ ਨਹੀਂ ਕੀਤੀ, ਉਹਦੀਆਂ ਕੀਤੀਆਂ ਕੁਰਬਾਨੀਆਂ ਭੁਲਾ ਦਿੱਤੀਆਂ, ਉਹਦੇ ਪਰਿਵਾਰ ਲਈ ਕੀਤੇ ਹੋਏ ਪਰਉਪਕਾਰ ਭੁਲਾ ਦਿੱਤੇ, ਉਹਦੇ 'ਚ ਕੇਵਲ ਨੁਕਸ ਦੇਖੇ, ਉਹਦੀਆਂ ਚੰਗਿਆਈਆਂ ਛੱਡ ਦਿੱਤੀਆਂ। ਹੁਣ ਉਹ ਪਿੱਠ ਪਿੱਛੇ ਉਹਦੀ ਜਦੋਂ ਚਰਚਾ ਕਰਦੇ ਨੇ, ਵਿਚਾਰ ਕਰਦੇ ਨੇ, ਉਹਦੇ ਬਾਰੇ ਗੱਲਾਂ ਕਰਦੇ ਨੇ, ਸ਼ਰੀਕੇ ਕੋਲ, ਰਿਸ਼ਤੇਦਾਰਾਂ ਕੋਲ, ਯਾਦ ਤਾਂ ਉਸੇ ਦੀ ਵਸੀ ਹੋਈ ਹੈ ਅੰਦਰ, ਪਰ ਇਹਨੂੰ ਯਾਦ ਨਹੀਂ ਕਹਿੰਦੇ। ਆਖੋ ਵਾਹਿਗੁਰੂ। ਨਫ਼ਰਤ 'ਚੋਂ ਨਿਕਲੀ ਹੋਈ ਯਾਦ ਯਾਦ ਨਹੀਂ ਹੁੰਦੀ। ਲੋਭ ਲਾਲਚ ਵਿੱਚੋਂ ਨਿਕਲੀ ਹੋਈ ਯਾਦ ਯਾਦ ਨਹੀਂ ਹੁੰਦੀ। ਇੱਦਾਂ ਤੇ ਯਾਦ ਪ੍ਰਿਥੀ ਚੰਦ ਵੀ ਕਰਦਾ ਹੁੰਦਾ ਸੀ ਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਚਾਹੀਦਾ ਗੁਰਗੱਦੀ ਮੈਨੂੰ ਦੇਣ। ਜਦੋਂ ਗੱਲ ਕਰਦਾ ਸੀ, ਅੰਦਰ ਯਾਦ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਸੀ। ਇੱਥੇ ਯਾਦ ਕਰਨਾ ਮੰਨਣਾ ਹੁੰਦਾ ਹੈ। ਆਖੋ ਵਾਹਿਗੁਰੂ। ਉਪਦੇਸ਼ ਨੂੰ ਮੰਨਣਾ। ਉਹ ਆਨੰਦ ਮਾਣਦੇ ਨੇ ਜਿਹੜੇ ਯਾਦ ਕਰਦੇ ਨੇ ਗੁਰੂ ਨੂੰ, ਗੁਰੂ ਦੇ ਉਪਦੇਸ਼ ਨੂੰ ਮੰਨਦੇ ਨੇ।
ਮਨ ਤਨ ਰਵਿਆ ਪਰਮਾਨੰਦ। ਉਹਨਾਂ ਦਾ ਮਨ ਤੇ ਤਨ ਪਰਮ ਆਨੰਦ ਦੇ ਵਿੱਚ ਭਿੱਜਿਆ ਹੁੰਦਾ ਹੈ। ਮਨ ਪਰਮ ਆਨੰਦ ਵਿੱਚ ਭਿੱਜਿਆ ਹੁੰਦਾ, ਮਨ ਵਿੱਚ ਜਜ਼ਬਾ ਹੁੰਦਾ ਆਪਾ ਵਾਰਨ ਲਈ, ਤੇ ਤਨ ਉਸ ਪਿਆਰ ਵਿੱਚ ਭਿੱਜਿਆ ਹੁੰਦਾ ਹੈ। ਸਰੀਰ ਪਰਉਪਕਾਰ ਕਰਦਾ ਹੈ। ਇੱਥੇ ਮੈਂ ਬੇਨਤੀ ਕਰਾਂ, ਪਰਿਵਾਰ ਵੀ ਚਲਾਉਣੇ ਨੇ, ਬੱਚਿਆਂ ਲਈ ਵੀ ਕੁਝ ਕਰਨਾ ਹੈ, ਸਾਰੇ ਹੀ ਕਰਦੇ ਨੇ, ਅਸੀਂ ਕੋਈ ਨਿਆਰੇ ਨਹੀਂ, ਚਿੜੀਆਂ ਜਾਨਵਰ ਵੀ ਕਰਦੇ ਨੇ। ਇੱਕ ਬੰਦਾ ਬੜੇ ਦਮਗਜ਼ੇ ਮਾਰ ਰਿਹਾ ਸੀ, ਕਹਿੰਦਾ ਮੈਂ ਪਰਿਵਾਰ, ਘਰ ਬਣਾਇਆ, ਬੱਚਿਆਂ ਨੂੰ ਪੜ੍ਹਾਇਆ, ਵੈਲ ਸੈਟਲਡ ਕੀਤਾ। ਇੱਕ ਵਿਦਵਾਨ ਕਹਿੰਦਾ ਇਹ ਤਾਂ ਚਿੜੀਆਂ ਵੀ ਕਰ ਗਈਆਂ, ਤੂੰ ਅੱਗੇ ਬੋਲ। ਤੂੰ ਇੱਕ ਘਰ ਬਣਾਇਆ, ਚਿੜੀਆਂ ਹਰ 6 ਮਹੀਨਿਆਂ ਬਾਅਦ ਇੱਕ ਘਰ ਬਣਾਉਂਦੀਆਂ ਨੇ, ਬੱਚਿਆਂ ਨੂੰ ਸਿਖਾ ਦਿੰਦੀਆਂ ਨੇ, ਉਹ ਬੱਚਿਆਂ ਨੂੰ ਉੱਡਣਾ ਸਿਖਾ ਦਿੰਦੀਆਂ ਨੇ, 100% ਪੰਛੀ ਪੁਣਾ ਸਿਖਾ ਦਿੰਦੀਆਂ ਨੇ, ਤੂੰ ਅੱਗੇ ਬੋਲ। ਪਰਿਵਾਰ ਤਾਂ ਸਾਰੇ ਪਾਲਦੇ ਨੇ, ਬੱਚੇ ਤੇ ਸਾਰੇ ਬੱਚਿਆਂ ਨੂੰ ਪੜ੍ਹਾਉਂਦੇ ਨੇ। ਇਹ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ। ਗੁਰੂ ਦੀ ਕੌਮ ਲਈ ਕੁਝ ਕਰਨਾ, ਪਰਉਪਕਾਰ ਲਈ ਕੁਝ ਕਰਨਾ, ਇਹ ਗੁਰਸਿੱਖੀ ਹੈ। ਸਿੱਖ ਪਰਉਪਕਾਰੀ ਹੈ, ਸਿੱਖ ਮਿਸ਼ਨਰੀ ਹੈ, ਵਿਜ਼ਨਰੀ ਹੈ। ਇਹਦੇ ਅੰਦਰ ਕੋਈ ਮਿਸ਼ਨ ਹੈ ਗੁਰੂ ਦਾ, ਇਹਦੇ ਅੰਦਰ ਵਿਜ਼ਨ ਹੈ ਰੱਬੀ ਮਾਰਗ ਦਾ। ਜਿੱਥੇ ਗੁਰੂ ਕਾ ਗੁਰਸਿੱਖ ਵਿਜ਼ਨਰੀ ਹੋਏਗਾ, ਇਹਦੇ ਕੋਲ ਕੋਈ ਮਿਸ਼ਨ ਹੋਏਗਾ, ਵਿਜ਼ਨ ਹੋਏਗਾ, ਡੈਫੀਨੇਟਲੀ ਉਹ ਸਿੱਖ ਕ੍ਰਾਂਤੀਕਾਰੀ ਹੋਏਗਾ। ਉਹਦੇ ਕੀਤੇ ਕਰਮਾਂ ਦੇ ਰਿਜ਼ਲਟ ਦੁਨੀਆ ਦੇ ਸਾਹਮਣੇ ਹੁੰਦੇ ਨੇ। ਆਖੋ ਵਾਹਿਗੁਰੂ। ਕਿਉਂਕਿ ਉਹਨਾਂ ਦਾ ਮਨ ਤੇ ਤਨ ਪਰਮ ਆਨੰਦ ਦੇ ਵਿੱਚ ਭਿੱਜਿਆ ਹੁੰਦਾ। ਆਖੋ ਵਾਹਿਗੁਰੂ। ਮਨ ਤਨ ਰਵਿਆ ਪਰਮ ਆਨੰਦ, ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ। ਜਿਨ੍ਹਾਂ ਨੇ ਹਰੀ ਦੇ ਚਰਨ, ਹਰੀ ਦੇ ਉਪਦੇਸ਼, ਗੁਰੂ ਦੇ ਉਪਦੇਸ਼, ਉਸ ਉਪਦੇਸ਼ ਦੇ ਵਿੱਚੋਂ ਮਿਲੀ ਹੋਈ ਸੋਝੀ ਖਜ਼ਾਨਾ ਹੈ। ਇਹ ਚਰਨ ਕਮਲ ਨੇ, ਰੱਬ ਦੇ ਚਰਨ ਕਮਲਾਂ ਤੋਂ, ਗੁਰੂ ਦੇ ਚਰਨ ਕਮਲਾਂ ਤੋਂ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੀ ਸੋਝੀ ਦਾ ਖਜ਼ਾਨਾ ਪ੍ਰਾਪਤ ਕਰ ਲਿਆ। ਨਾਨਕ ਦਾਸ ਤੇ ਸਹਿ ਕੁਰਬਾਨ। ਇਹ ਨਾਨਕ ਜੀ ਜੋ ਰੱਬ ਦੇ ਦਾਸ ਬਣ ਗਏ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਸਾਡੇ ਅੰਦਰ ਚਾਓ ਜਗਾ ਰਹੇ ਨੇ। ਐਸਾ ਜੀਵਨ ਹਰ ਇੱਕ ਦੇ ਅੰਦਰ ਹੋਣਾ ਚਾਹੀਦਾ ਹੈ। ਸਾਡੇ ਬੱਚੇ, ਸਾਡੀ ਆਉਣ ਵਾਲੀ ਪੀੜ੍ਹੀ ਪਰਉਪਕਾਰੀ ਬਣਨ, ਕੌਮ ਦੇ ਲਈ ਆਪਾ ਵਾਰਨ। ਤਦ ਹੋਏਗਾ ਅਸੀਂ ਖੁਦ ਕੌਮ ਲਈ ਆਪਾ ਵਾਰੀਏ, ਖੁਦ ਪਰਉਪਕਾਰੀ ਬਣੀਏ, ਗੁਰੂ ਦੇ ਨਜ਼ਰੀਏ ਨੂੰ, ਗੁਰੂ ਦੀ ਬਾਣੀ ਨੂੰ ਸਮਝੀਏ, ਜ਼ਿੰਦਗੀ 'ਚ ਲਾਗੂ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।